ਮੇਰੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ ਸੁਧੀਰ ਅਰੋੜਾ ਹੋਣਾ ਦੇ ਨਾਲ, ਜਿਹੜੇ ਇੱਕ ਯੋਗਾ ਅਤੇ ਮੈਡੀਟੇਸ਼ਨ ਟੀਚਰ ਨੇ। ਮੇਰੀ ਸੁਧੀਰ ਹੋਣਾ ਨਾਲ ਗੱਲ ਹੋ ਰਹੀ ਸੀ ਅਤੇ ਗੱਲਾਂ ਦੇ ਵਿੱਚੋਂ ਗੱਲ ਇਹ ਨਿਕਲੀ, ਇਹਨਾਂ ਨੇ ਕਿਹਾ ਕਿ ਜੋ ਵੀ ਸਾਨੂੰ ਕਰਨਾ ਚਾਹੀਦਾ ਹੈ ਜਾਂ ਜੋ ਵੀ ਅਸੀਂ ਕਰਨਾ ਚਾਹੁੰਦੇ ਹਾਂ, ਵਟਸੋਐਵਰ ਵੀ ਡੂ, ਵੀ ਸ਼ੁੱਡ ਡੂ ਇਟ ਫੁੱਲੀ। ਸਾਨੂੰ ਉਹ ਤਨੋਂ ਮਨੋਂ ਤਨਦੇਹੀ ਦੇ ਨਾਲ ਪੂਰੀ ਤਰ੍ਹਾਂ ਡੈਡੀਕੇਟ ਹੋ ਕੇ ਕਰਨਾ ਚਾਹੀਦਾ ਹੈ। ਮੇਰੇ ਮਨ ਦੇ ਵਿੱਚ ਕਈ ਸਵਾਲ ਪੈਦਾ ਹੋਏ ਕਿ ਜੋ ਕੁਝ ਅਸੀਂ ਕਰਦੇ ਹਾਂ, ਕੀ ਅਸੀਂ ਪੂਰੇ ਮਨ ਦੇ ਨਾਲ ਨਹੀਂ ਕਰਦੇ? ਸਾਰਾ ਦਿਨ ਇੰਨਾ ਕੁਝ ਅਸੀਂ ਕਰਦੇ ਹਾਂ, ਜਦੋਂ ਹਿਸਾਬ ਕਿਤਾਬ ਲੇਖਾ ਜੋਖਾ ਰਾਤ ਨੂੰ ਸ਼ਾਮ ਨੂੰ ਬੈਠ ਕੇ ਕਰਦੇ ਹਾਂ ਕਿ ਅੱਜ ਕਿਹੋ ਜਿਹਾ ਕੰਮ ਕੀਤਾ, ਕੀ ਕੰਮ ਕੀਤਾ, ਕੀ ਅਸੀਂ ਉਸ ਹਿਸਾਬ ਕਿਤਾਬ ਦੇ ਵਿੱਚ ਬੈਲੈਂਸ ਕਰ ਸਕਦੇ ਹਾਂ ਕਿ ਅਸੀਂ ਸਭ ਕੁਝ ਠੀਕ ਕੀਤਾ ਜਾਂ ਸਭ ਕੁਝ ਅਸੀਂ ਪੂਰੇ ਤਨ ਮਨ ਦੇ ਨਾਲ ਕੀਤਾ? ਬਹੁਤੀ ਵਾਰੀ ਉਹ ਬੈਲੈਂਸ ਬਣਦਾ ਪ੍ਰਤੀਤ ਨਹੀਂ ਹੁੰਦਾ। ਇਸੇ ਸਿਲਸਿਲੇ 'ਚ ਅੱਜ ਗੱਲਾਂ ਕਰਾਂਗੇ ਆਪਾਂ ਸੁਧੀਰ ਅਰੋੜਾ ਜੀ ਦੇ ਨਾਲ। ਸੁਧੀਰ ਜੀ, ਜਿਹੜੀ ਮੈਂ ਗੱਲ ਕੀਤੀ ਆ ਜਾਂ ਆਪਾਂ ਕੱਲ੍ਹ ਦੀ ਡਿਸਕਸ਼ਨ ਸ਼ੁਰੂ ਕੀਤੀ ਹੈ ਕਿ ਵਾਟ ਐਵਰ ਯੂ ਡੂ, ਡੂ ਇਟ ਫੁੱਲੀ, ਸੁਣਨ ਨੂੰ ਤਾਂ ਕੌਨਸੈਪਟ ਬਹੁਤ ਵਧੀਆ ਲੱਗਦਾ, ਪਰ ਇਸ ਦੁਨੀਆ ਦੇ ਵਿੱਚ ਕੀ ਇਹ ਪੋਸੀਬਲ ਹੈ? Mind is a junkyard of incomplete tasks. ਜਿਹੜੀ ਵੀ ਚੀਜ਼ ਤੁਸੀਂ ਕੀਤੀ ਅੱਧੀ ਛੱਡ ਦਿੱਤੀ, ਉਹ ਤੁਹਾਡਾ ਪਿੱਛਾ ਨਹੀਂ ਛੱਡਣ ਵਾਲੀ, ਕਿਉਂਕਿ ਮਾਈਂਡ always has a temptation to complete those tasks. You wanted to love a woman, you did not. She passed away. What do? You wanted to be forgiven by your father because your behavior wasn't good with him. ਤੁਸੀਂ ਇਸ ਤਰ੍ਹਾਂ ਬਿਹੇਵ ਕਰ ਰਹੇ ਸੀ, you later realized ਕਿ ਉਹ ਉਹਨਾਂ ਨੂੰ ਹਰਟ ਕਰਦਾ ਹੋਵੇਗਾ। ਤੁਸੀਂ ਉਹਨਾਂ ਦੇ ਕੋਲ ਜਾਣਾ ਮੰਗਦੇ ਸੀ, ਤੁਸੀਂ ਮਾਫੀ ਮੰਗਣਾ ਮੰਗਦੇ ਸੀ, but he is dead now. Where do you go? Whom to ask for forgiveness? You wanted to be kind to a friend, but you became closed. Close ho gaye tusi. That hurts. ਹੁਣ ਤੁਸੀਂ ਉਸ ਕੋਲੋਂ ਮਾਫੀ ਨਹੀਂ ਮੰਗ ਸਕਦੇ, ਉਸਨੂੰ ਕਹਿ ਨਹੀਂ ਸਕਦੇ ਕੁਝ, ਉਹ ਰਿਹਾ ਨਹੀਂ ਹੁਣ। ਜੋ ਵੀ ਚੀਜ਼ ਕਰੋ ਉਹ ਫੁੱਲੀ ਕਰਨ ਦੀ ਲੋੜ ਹੈ, ਉਸੇ ਮੋਮੈਂਟ 'ਚ ਫੁੱਲੀ ਕਰਨ ਦੀ ਲੋੜ ਹੈ। ਮੈਂ ਤੁਹਾਨੂੰ ਚਾਹ ਪਿਲਾਵਾਂ, ਲਿਊਕ ਵਾਰਮ, ਨਾ ਚਾਹ ਠੰਡੀ ਹੋਵੇ ਨਾ ਚਾਹ ਗਰਮ ਹੋਵੇ, ਉਹ ਚਾਹ ਦਾ ਕੋਈ ਫਾਇਦਾ ਵੀ ਨਹੀਂ ਹੈ। ਚਾਹ ਹੈਜ਼ ਟੂ ਬੀ ਹੌਟ, ਰਾਈਟ? We cannot be lukewarm in what we do. We have to do it totally, completely. Intensity ਸਾਡੀ ਉਸ ਨੂੰ ਕਰਨ ਦੀ 100% ਹੋਣੀ ਪਏਗੀ। A circle is a circle when it is 100%. Even 99% would not do. ਉਸ ਨੂੰ ਪੂਰੀ ਤਰ੍ਹਾਂ ਕਰਨਾ ਪਏਗਾ। ਜੋ ਚੀਜ਼ ਨੂੰ ਕਰਦੇ ਹੋਏ ਅਸੀਂ ਅੱਧੀ ਛੱਡ ਦਿੰਦੇ ਹਾਂ। Now human beings are creatures of habit. ਜਿਹੜੀ ਚੀਜ਼ ਤੁਸੀਂ over and over and over again ਕਰਦੇ ਹੋ, it becomes a part of your habit. True. So once you leave one job incomplete, then another, and then everything you do is incomplete. ਕੋਈ ਚੀਜ਼ ਇੱਥੇ ਅੱਧੀ ਪਈ ਹੈ, ਕੋਈ ਚੀਜ਼ ਉੱਥੇ ਅੱਧੀ ਪਈ ਹੈ। And mind is an accumulation of all the incomplete works that you have done. ਉਹ ਫੜੀ ਜਾਏਗਾ, ਉਹ accumulate ਹੁੰਦੇ ਜਾਏਗਾ। That is how karma is created. ਜਿਹੜੀ ਚੀਜ਼ ਤੁਸੀਂ ਕੀਤੀ ਤੇ ਪੂਰੀ ਨਹੀਂ ਕੀਤੀ। Now there are schools of thoughts. ਉਹ ਕਹਿੰਦੇ ਨੇ ਕਿ ਜਿਹੜਾ ਵੀ ਕੰਮ ਤੁਸੀਂ ਇਨਕੰਪਲੀਟ ਕੀਤਾ ਉਹ ਤੇ ਤੁਹਾਨੂੰ ਕਰਨ ਵਾਸਤੇ ਆਉਣਾ ਹੀ ਪਏਗਾ, ਦੁਬਾਰਾ ਆਉਣਾ ਪਏਗਾ। ਸ਼ਾਇਦ ਇੱਕ ਨਹੀਂ, ਦੂਜਾ ਜਨਮ ਲੈਣਾ ਪਏਗਾ। ਸ਼ਾਇਦ ਦੂਜੇ ਜਨਮ ਵਿੱਚ ਵੀ ਨਾ ਹੋਵੇ ਤੇ 100 ਜਨਮਾਂ 'ਚ ਉਹ ਜਾ ਕੇ ਕੰਪਲੀਟ ਹੋਵੇਗਾ। ਉਹ ਜਿਹੜਾ ਕੈਰੀ ਫੋਰਵਰਡ ਹੈਗਾ, ਜਿਹੜੀ ਵੀ ਚੀਜ਼ ਤੁਸੀਂ ਨਹੀਂ ਕਰਦੇ, ਇਟ ਲਿੰਗਰਸ ਔਨ ਵਿਦ ਯੂ। ਦੈਨ ਦੇਰ ਇਜ਼ ਅ ਹੈਂਗਓਵਰ। ਉਹ ਚੀਜ਼ ਨੂੰ ਤੁਹਾਨੂੰ ਫਿਨਿਸ਼ ਜਦ ਤੱਕ ਨਹੀਂ ਕਰਦੇ, ਅੰਟਿਲ ਇਟ ਇਜ਼ ਫੁੱਲੀ ਫਿਨਿਸ਼ਡ, ਉਹ ਜਦ ਤੱਕ ਉਸ ਦਾ ਕੋਈ ਟਰੇਸ ਨਾ ਰਹਿ ਜਾਵੇ ਪਿੱਛੇ, ਤਾਂ ਤੱਕ
ਉਹ ਜੌਬ ਤੁਹਾਨੂੰ ਨਹੀਂ ਛੱਡਦਾ, ਤੁਸੀਂ ਤਾਂ ਕੀ ਛੱਡੋਗੇ ਉਸ ਜੌਬ ਨੂੰ? ਪਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਸਾਡੇ ਕੰਮ ਅਧੂਰੇ ਰਹਿ ਜਾਂਦੇ ਆ ਜਾਂ ਕੋਈ ਵੀ ਕੰਮ ਅਸੀਂ ਅਧੂਰਾ ਛੱਡ ਦਿੰਦੇ ਆ, ਅਸੀਂ ਤਾਂ ਕਹਿੰਦੇ ਕੀ ਛੱਡਣਾ ਉਸ ਕੰਮ ਨੂੰ, ਉਹੀ ਸਾਨੂੰ ਨਹੀਂ ਛੱਡਦਾ। ਐਗਜ਼ੈਕਟਲੀ। ਪਰ ਸੁਧੀਰ ਜੀ, ਇੰਟੈਂਸ਼ਨ ਨਹੀਂ ਹੁੰਦੀ ਹੈਗੀ। ਚੱਕਰ ਇਹ ਆ ਕਿ ਵੀ ਕਿਹੜਾ ਬੰਦਾ ਚਾਹੁੰਦਾ ਕਿ ਜਿਹੜਾ ਕੰਮ ਮੈਂ ਸ਼ੁਰੂ ਕੀਤਾ ਆ ਉਹਨੂੰ ਮੈਂ ਧਿਆਨ ਦੇ ਨਾਲ ਨਾ ਕਰਾਂ। ਇੰਟੈਂਸ਼ਨ ਸਾਡੀ ਕਦੇ ਵੀ ਨਹੀਂ ਇਹ ਹੁੰਦੀ। ਜਦ ਵੀ ਅਸੀਂ ਕੋਈ ਕੰਮ ਕਰਦੇ ਹਾਂ, ਅਸੀਂ ਪੂਰੀ ਐਕਸਾਈਟਮੈਂਟ ਦੇ ਨਾਲ ਆਪਣੀ ਪੂਰੀ ਐਨਰਜੀ ਪਾਉਣਾ ਚਾਹੁੰਦੇ ਹੁੰਦੇ ਹਾਂ। ਫਿਰ ਹੁੰਦਾ ਕੀ ਹੈ, ਫਿਰ ਉਹ ਅਧੂਰਾਪਣ ਕਿਉਂ ਰਹਿ ਜਾਂਦਾ? ਜਾਂ ਜੇ ਕਿਹੜੀ ਚੀਜ਼ ਨੂੰ ਤੁਸੀਂ ਨਾ ਦਿੰਦੇ ਹੋ ਕਿ ਵੀ ਆਪਾਂ ਉਹਨੂੰ ਫੁੱਲੀ ਨਹੀਂ ਕਰਦੇ? ਵਾਟ ਡਜ਼ ਦੈਟ ਮੀਨ ਵੈਨ ਯੂ ਸੇ ਆਪਾਂ ਫੁੱਲੀ ਨਹੀਂ ਕਰਦੇ? ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਦਾ। ਮੈਡੀਟੇਸ਼ਨ ਵਿੱਚ ਇੱਕ ਟਰਮ ਹੈ ਟੂ ਬੀ ਬੈਲੈਂਸਡ, ਨੀਦਰ ਟੂ ਦ ਲੈਫਟ ਨੋਰ ਟੂ ਦ ਰਾਈਟ, but to be in the center, but to be in the middle. Middle is the point from where transcendence happens. मैं एक example ਦਿੰਦਾ ਤੁਹਾਨੂੰ। ਦੋ ਕੁੜੀਆਂ ਗੱਲ ਕਰ ਰਹੀ ਸੀਗੀਆਂ। ਇੱਕ ਕੁੜੀ ਕਹਿੰਦੀ ਹੈ ਦੂਜੀ ਨੂੰ ਕਿ ਬਈ ਤੇਰਾ ਤੇ ਵਿਆਹ ਹੋਣ ਵਾਲਾ ਸੀ, ਤੇਰੀ ਇੰਗੇਜਮੈਂਟ ਹੋਣ ਵਾਲੀ ਸੀ, ਕੀ ਹੋਇਆ? ਉਹ ਟੁੱਟ ਗਈ? ਕੀ ਹੋਇਆ? ਕਿੱਦਾਂ ਹੋ ਗਿਆ? ਉਹ ਕਹਿੰਦੀ ਹੈ ਕੀ ਕਰੀਏ, ਵੀ ਬੋਥ ਵਰ ਫਰੋਮ ਡਿਫਰੈਂਟ ਰਿਲੀਜਨਸ। ਕਹਿੰਦੀ ਡਿਫਰੈਂਟ ਰਿਲੀਜਨਸ? ਉਹ ਗੱਲ ਜਿਹੜੀ ਕਰ ਰਹੀ ਸੀ ਉਹ ਕਹਿੰਦੀ ਮੈਨੂੰ ਤੇ ਪਤਾ ਹੈ, ਤੇ ਅਸੀਂ ਦੋਨਾਂ ਦੇ ਦੋਨਾਂ ਹੀ, ਤੁਸੀਂ ਤੇ ਸਿੱਖ ਹੋ, ਤੇ ਡਿਫਰੈਂਟ ਰਿਲੀਜਨਸ ਤੂੰ ਕਿਵੇਂ ਕਹਿ ਰਹੀ ਹੈ? ਉਹ ਕਹਿੰਦੀ ਹੈ ਆਈ ਵਰਸ਼ਿਪ ਮਨੀ ਐਂਡ ਹੀ ਇਜ਼ ਅ ਬ੍ਰੋਕ। ਹੁਣ ਜਿਹੜਾ ਮਨੀ ਨੂੰ ਵਰਸ਼ਿਪ ਕਰਦਾ ਹੈ, ਸੂਨਰ ਔਰ ਲੇਟਰ ਉਹਨੂੰ ਪਤਾ ਲੱਗ ਜਾਵੇਗਾ ਕਿ ਉਹ ਉਸ ਦਾ ਇਲੂਜ਼ਨ ਹੈਗਾ, ਉਹ ਠੀਕ ਨਹੀਂ ਹੈ, ਉਹ ਗਲਤ ਹੈ, ਉਹ ਇੱਦਾਂ ਹੋ ਹੀ ਨਹੀਂ ਸਕਦਾ, ਉਹ ਮਨੀ ਦੇ ਨਾਲ ਕੁਝ ਜ਼ਿਆਦਾ ਹੀ ਓਵਰ ਐਕਸਪੈਕਟੇਸ਼ਨ ਸੀ। ਸੂਨਰ ਔਰ ਲੇਟਰ ਵਨ ਰੀਅਲਾਈਜ਼ਸ ਦੈਟ। ਤਾਂ ਫਿਰ ਉਹ ਉਸ ਦੀ ਜਗ੍ਹਾ ਦੂਜੇ ਐਕਸਟ੍ਰੀਮ 'ਤੇ ਪਹੁੰਚ ਜਾਂਦਾ ਹੈ। Now she doesn't touch money. Now she leaves money. Now that is what is called as moving on the extremes. I'm saying ਤੁਸੀਂ ਨਾ left ਤੇ ਜਾਓ ਨਾ right ਤੇ ਜਾਓ। To be after money is being obsessed with money. To escape money, to be against money is also being obsessed with money. ਐਸੀ ਤਰੀਕੇ ਦੇ ਨਾਲ being for power is foolish, being against power is also foolish. ਇਹ ਦੋਨਾਂ ਐਕਸਟ੍ਰੀਮਸ ਹੈਗੇ ਨੇ। ਸਾਨੂੰ ਉਸ ਦੇ ਵਿੱਚ ਦਾ ਬੈਲੈਂਸ ਚਾਹੀਦਾ। ਬੈਲੈਂਸ ਇਜ਼ ਨਾਟ ਈਜ਼ੀ। ਨਾਓ ਇਟਸ ਲਾਈਕ ਅ ਟਾਈਟ ਰੋਪ ਵਾਕਰ। ਜ਼ਿੰਦਗੀ ਜਿਹੜੀ ਹੈ ਉਹ ਚਲਦੀ ਇਸ ਤਰ੍ਹਾਂ ਹੈ ਜਿਸ ਤੁਹਾਨੂੰ ਹਰ ਟਾਈਮ 'ਤੇ ਬੈਲੈਂਸ ਕਰਨ ਦੀ ਲੋੜ ਹੈ। ਐਂਡ ਇਨ ਦੈਟ ਬੈਲੈਂਸ ਇਜ਼ ਵਿਜ਼ਡਮ। ਕਿਸੇ ਵੀ ਚੀਜ਼ ਦੇ ਵਿੱਚ ਜਦ ਤੁਸੀਂ ਉਸ ਦੇ ਬੈਲੈਂਸ ਦੇ ਵਿੱਚ, ਉਸ ਦੇ ਮਿਡਲ ਦੇ ਵਿੱਚ ਆ ਪਾਓਗੇ, ਤਾਂ ਹੀ ਤੁਸੀਂ ਉਹ ਚੀਜ਼ ਨੂੰ ਸਮਝ ਪਾਓਗੇ ਕਿ ਤੁਸੀਂ ਫੁੱਲੀ ਕਰ ਪਾ ਰਹੇ ਹੋ ਕਿ ਨਹੀਂ ਕਰ ਪਾ ਰਹੇ ਹੋ। ਬੈਲੈਂਸ ਇਜ਼ ਦ ਕੀ। ਅਤੇ ਕੋਈ ਵੀ ਕੰਮ ਵੀ ਅਗਰ ਅਸੀਂ ਕਰ ਰਹੇ ਹੈਗੇ ਹਾਂ, ਓਬਵੀਅਸਲੀ ਉਸ ਕੰਮ ਨੂੰ ਕਰਨ ਲਈ ਸਾਡੀ 100% ਅਟੈਂਸ਼ਨ ਦੀ ਲੋੜ ਹੈਗੀ। ਅਟੈਂਸ਼ਨ। ਨਾਓ ਅਟੈਂਸ਼ਨ ਇਜ਼ ਵੇਅਰ ਅਟੈਂਸ਼ਨ ਗੋਜ਼ ਐਨਰਜੀ ਫਲੋਜ਼। ਤੁਸੀਂ ਜਦ ਕਿਸੇ ਚੀਜ਼ ਦੇ ਬਾਰੇ ਅਟੈਂਟਿਵ ਹੋ, ਉਸ ਚੀਜ਼ ਨੂੰ ਕਰਨਾ ਮੰਗਦੇ ਹੋ, ਉਸ ਚੀਜ਼ ਨੂੰ ਕੰਪਲੀਟਲੀ ਕਰਦੇ ਹੋ, ਤਾਂ ਹੀ ਉਹ ਚੀਜ਼ ਮੰਨੀ ਜਾਏਗੀ ਕਿ ਉਹ ਤੁਸੀਂ ਆਪਣੇ ਐਂਡ ਤੋਂ ਫੁੱਲੀ ਕੀਤੀ ਹੈਗੀ। Right. Right. I'll give you a couple of examples here. ਤੁਸੀਂ ਖਾਣਾ ਖਾ ਰਹੇ ਹੋ। Don't eat with dead long face. ਹਰ ਬਾਈਟ ਨੂੰ ਰੈਲਿਸ਼ ਕਰਦੇ ਹੋਏ
ਹਰ ਬਾਈਟ ਨੂੰ ਚੀਵ ਕਰਦੇ ਹੋਏ ਜਿਵੇਂ ਕਿ ਤੁਸੀਂ ਐਗਜ਼ਿਸਟੈਂਸ ਨੂੰ ਲੈ ਰਹੇ ਹੋ ਅੰਦਰ। ਫੂਡ ਮੇ ਬੀ ਦ ਕੰਟੇਨਰ, ਲਾਈਫ ਇਜ਼ ਕੰਟੇਨਡ ਇਨ ਇਟ। ਜਦ ਤੁਸੀਂ ਉਸ ਚੀਜ਼ ਨੂੰ ਸਿਰਫ ਖਾਣ ਦੀ ਗੱਲ ਕਰ ਰਹੇ ਹਾਂ, ਉਸ ਨੂੰ ਜਦ ਤੁਸੀਂ ਇੰਨੀ ਐਨਰਜੀ, ਇੰਨੀ ਕੌਨਸਨਟ੍ਰੇਸ਼ਨ, ਇੰਨੇ ਫੋਕਸ ਦੇ ਨਾਲ ਬਾਈਟ ਬਾਏ ਬਾਈਟ ਇੰਜੋਏ ਕਰਦੇ ਹੋਏ ਖਾਂਦੇ ਹੋ, ਤਾਂ ਹੀ ਕਿਹਾ ਗਿਆ ਹੈ ਅੰਨਮ ਬ੍ਰਹਮਮ। ਤੁਸੀਂ ਰੱਬ ਨੂੰ ਉਸ ਬਾਈਟ ਦੇ ਵਿੱਚ ਮਹਿਸੂਸ ਕਰ ਪਾਓਗੇ। ਔਰ ਇਨ ਆਲ ਦ ਲਿਟਲ ਐਕਟੀਵਿਟੀਜ਼ ਲਾਈਕ ਕੁਕਿੰਗ, ਕਲੀਨਿੰਗ, or any activity, when you love a woman or when you love a man, love with 100% focus, as if the whole existence has converged upon it. ਉਸ ਟਾਈਮ ਤੇ let there be nothing else. ਇੱਕ ਹਿੰਦੀ ਪੰਜਾਬੀ ਦਾ ਵਰਡ ਹੈਗਾ ਲੀਨ ਹੋ ਜਾਣਾ, ਲੀਨ ਹੋ ਜਾਣਾ, ਲੀਨ ਹੈ ਨਾ। ਲੀਨ ਮੀਨਸ ਟੂ ਬਿਕਮ ਵਨ ਵਿਦ। ਮੈਂ ਕਹਿੰਦਾ ਹਾਂ ਤੁਸੀਂ when you completely melt and merge with that very activity, ਜਿਹੜੀ ਤੁਸੀਂ ਉਸ ਮੋਮੈਂਟ ਦੇ ਵਿੱਚ ਤੁਸੀਂ ਕਰਦੇ ਜਾ ਰਹੇ ਹੋ ਬਿਨਾਂ ਕਿਸੇ ਅਟੈਂਸ਼ਨ ਤੋਂ, ਮੈਂ ਸਿਰਫ ਇਹ ਤੁਹਾਨੂੰ ਕਹਿ ਰਿਹਾ ਹਾਂ ਕਿ ਉਸ ਨੂੰ ਤੁਸੀਂ ਆਪਣੀ 100% ਅਟੈਂਸ਼ਨ ਦੇ ਨਾਲ ਕਰੋ। Because life is what happens when you're making other plans. ਇੱਦਾਂ ਨਾ ਹੋਵੇ ਲਾਈਫ ਤੁਹਾਡੀ ਗੁਜ਼ਰ ਜਾਵੇ। ਤੇ ਕਿਉਂਕਿ ਮੋਮੈਂਟ ਤੇ ਬਿਲਕੁਲ ਇੱਕੋ ਇੱਕ ਚੱਲਦਾ ਹੈਗਾ। ਜਿਸ ਮੋਮੈਂਟ ਹਲੇ ਗੱਲ ਵੀ ਅਸੀਂ ਕਰ ਰਹੇ ਹਾਂ, ਉਹ 2 ਸੈਕਿੰਡ ਨਹੀਂ ਲੱਗਦਾ ਤੇ ਉਹ ਨਿਕਲ ਜਾਂਦਾ, ਪਿੱਛੇ ਚਲੇ ਜਾਂਦਾ। It becomes past. Right. Now there is a mountainous past. ਪੂਰੇ ਮਾਊਂਟੇਨ ਦੀ ਤਰ੍ਹਾਂ ਇੰਨਾ ਵੱਡਾ ਪਾਸਟ ਹੋ ਚੁੱਕਾ ਹੈਗਾ। ਐਂਡ ਦੇਰ ਇਜ਼ ਜਸਟ ਵਨ ਲਿਟਲ ਮੂਮੈਂਟ ਜਿਹੜਾ ਕਿ ਹੁਣੇ ਅਗੇਨ ਪਾਸਟ ਬਣਨ ਵਾਲਾ ਹੈ। ਐਂਡ ਦਿਸ ਇਜ਼ ਦ ਓਨਲੀ ਮੂਮੈਂਟ ਦੈਟ ਇਜ਼ ਅਵੇਲੇਬਲ ਟੂ ਯੂ ਟੂ ਮੇਕ ਯੋਰ ਫਿਊਚਰ। ਹਾਊ ਕੈਨ ਯੂ ਨਾਟ ਬੀ ਫੁੱਲੀ ਅਟੈਂਟਿਵ? ਦਿਸ ਇਜ਼ ਦ ਓਨਲੀ ਥਿੰਗ। ਹਾਊ ਡੂ ਯੂ ਥਿੰਕ ਐਨੀ ਆਫ ਥੀਜ਼ ਇਨੋਵੇਸ਼ਨਸ ਹੈਵ ਕਮ ਇਨ ਟੂ ਬੀਇੰਗ ਵਿਦਾਊਟ, ਅਗਰ ਤੁਸੀਂ ਉਸ 'ਤੇ ਅਟੈਂਟਿਵ ਨਹੀਂ ਹੁੰਦੇ, ਕੋਈ ਵੀ ਚੀਜ਼, ਐਰੋਪਲੇਨ ਹੈਗਾ, ਉੜ ਕੇ ਜਾ ਰਹੇ ਹੋ ਤੁਸੀਂ, ਇਲੈਕਟ੍ਰੀਸਿਟੀ ਹੈਗੀ, ਡੂ ਯੂ ਥਿੰਕ ਕਿ ਉਹ ਜਿਸ ਨੇ ਉਸ ਨੂੰ ਇਨਵੈਂਟ ਕੀਤਾ ਉਹ ਬਿਨਾਂ ਫੋਕਸ ਅਤੇ ਅਟੈਂਸ਼ਨ ਤੋਂ ਉਸ ਦਾ ਕੰਮ ਹੋਵੇਗਾ? ਨੋ। ਡੇ ਐਂਡ ਨਾਈਟ ਦੇ ਹੈਵ ਥਾਟ ਅਬਾਊਟ ਇਟ, ਡੇ ਐਂਡ ਨਾਈਟ। ਉਸ ਬਾਰੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਜਦ ਹਰ ਇੱਕ ਚੀਜ਼ ਨੂੰ ਉਹਨਾਂ ਨੇ ਫੇਡ ਅਵੇ ਪਿੱਛੇ ਕਰ ਦਿੱਤਾ ਅਤੇ ਉਸ ਜਿਹੜੀ ਚੀਜ਼ ਨੂੰ ਉਹ ਕਰਨਾ ਮੰਗਦੇ ਸੀ ਉਸ 'ਤੇ 100% ਅਟੈਂਸ਼ਨ ਸੀ, then that becomes power. It can change whatever you like. ਹੁਣ ਆਟੋਮੈਟਿਕਲੀ ਜੋ ਤੁਹਾਡਾ ਕਹਿਣਾ ਆ ਕਿ ਵੀ ਉਹਦੇ ਵਿੱਚ ਅਸੀਂ ਬੈਲੈਂਸ ਕਿਵੇਂ ਰੱਖ ਸਕਦੇ ਹਾਂ, ਜਾਂ ਅਸੀਂ ਫੋਕਸ ਕਿਵੇਂ ਕਰਨਾ, ਜਾਂ ਉਸ ਕੰਮ ਨੂੰ ਮੈਂ ਫੁੱਲੀ ਤਨ ਮਨ ਦੇ ਨਾਲ ਕਿਸ ਤਰ੍ਹਾਂ ਕਰਨਾ, ਮੇਰਾ ਸਾਰਾ ਹੀ ਧਿਆਨ ਉਸ ਖਾਣੇ 'ਤੇ ਹੋਵੇ। ਜੀ ਮੈਂ ਗਾਜਰਾਂ ਛਿੱਲ ਰਹੀ ਹਾਂ ਤਾਂ ਮੈਂ ਇੱਕ ਗਾਜਰ ਨੂੰ ਦੇਖ ਕੇ ਉਹਨੂੰ ਛਿੱਲ ਰਹੀ ਹਾਂ, ਉਹਨੂੰ ਮੈਂ ਕੱਟ ਰਹੀ ਹਾਂ ਪੂਰਾ ਪ੍ਰੀਤ ਦੇ ਨਾਲ, ਜਿਹਨੂੰ ਕਹਿੰਦੇ ਖਾਣਾ ਬਣਾਇਆ ਜਾਂਦਾ। ਕਿਸੇ ਟਾਈਮ ਅਸੀਂ ਔਰਤਾਂ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖਿਆ, ਜਦੋਂ ਕਿਹਾ ਜਾਂਦਾ ਸੀ ਕਿ ਵੀ ਘਰ ਦਾ ਜਿਹੜਾ ਖਾਣਾ ਆ ਉਹ ਸਵਾਦ ਹੁੰਦਾ, ਉਹ 'ਚ ਪਿਆਰ ਮਹਿਸੂਸ ਹੁੰਦਾ ਵਗੈਰਾ ਵਗੈਰਾ। ਇਹ ਗੱਲਾਂ ਲੱਗਦੀਆਂ ਸੀ ਕਿ ਜਿਵੇਂ ਉੱਪਰਲੇ ਮਨੋਂ ਲੋਕ ਸ਼ਾਇਦ ਕਰਦੇ ਹੋਣਗੇ, ਜਦ ਤੱਕ ਤੁਸੀਂ ਐਕਸਪੀਰੀਅੰਸ ਨਹੀਂ ਕਰਦੇ। ਹੁਣ ਸਮੱਸਿਆ ਅੱਜ ਦੇ ਦੌਰ ਦੇ ਵਿੱਚ ਇਹ ਹੈ ਕਿ ਜਿਸ ਵੇਲੇ ਮੈਂ ਗਾਜਰਾਂ ਛਿੱਲ ਰਹੀ ਹੋਊਂਗੀ ਜਾਂ ਮੈਂ ਸਬਜ਼ੀ ਕੱਟ ਰਹੀ ਹੋਊਂਗੀ ਅਤੇ ਮੇਰੇ ਦਿਮਾਗ ਦੇ ਵਿੱਚ 8-10 ਗੱਲਾਂ ਪੈਰਲਲ ਚੱਲ ਰਹੀਆਂ ਹੋਣਗੀਆਂ ਕਿ ਮੈਂ ਬੱਚੇ ਨੂੰ ਕਿਸੇ ਐਕਟੀਵਿਟੀ 'ਤੇ ਲੈ ਕੇ ਜਾਣਾ, ਮੈਂ ਘਰ ਦਾ ਕੋਈ ਹੋਰ ਕੰਮ ਕਰਨਾ ਹੈ, ਮੈਂ ਇਸ ਤਰ੍ਹਾਂ ਕਰਦੀ ਹਾਂ, ਨਾਲ ਮੈਂ ਲਾਂਡਰੀ ਦੇ ਵਿੱਚ ਕੱਪੜੇ ਪਾ ਦਿੰਦੀ ਹਾਂ, ਅਤੇ ਥੋੜ੍ਹਾ ਜਿਹਾ ਇੱਧਰ ਹੋਰ ਕੰਮ ਪਿਆ ਆ ਉਹ ਵੀ ਨਾਲ ਲਾ ਦਿੰਦੀ ਹਾਂ, ਉੱਧਰ ਮੈਂ ਮਸ਼ੀਨ ਲਾ ਦਿੰਦੀ ਹਾਂ ਵਗੈਰਾ ਵਗੈਰਾ। 8-10 ਗੱਲਾਂ ਤਾਂ ਨੋਰਮਲੀ ਸਾਡੇ ਮਨ ਦੇ ਵਿੱਚ ਚੱਲ ਰਹੀਆਂ ਹੁੰਦੀਆਂ, ਚਾਹੇ ਅਸੀਂ ਪ੍ਰੈਕਟੀਕਲੀ ਹੱਥੀਂ ਉਹ ਕੰਮ ਨਾ ਕਰ ਰਹੀ ਹੋਈਏ, ਪਰ ਸਾਡਾ ਮਨ ਕਰ ਰਿਹਾ ਹੁੰਦਾ। ਹੁਣ ਉਸ ਸਾਲ ਦੇ ਵਿੱਚ ਕਿੱਥੇ ਅਟੈਂਸ਼ਨ ਪਾ ਦਈਏ ਅਸੀਂ ਉਹ ਸਬਜ਼ੀ ਬਣਾਉਣ 'ਤੇ, ਦੱਸੋ? ਮੈਂ
ਦੋ ਚੀਜ਼ਾਂ ਤੇ ਧਿਆਨ ਦਿਲਾਉਣਾ ਚਾਹਾਂਗਾ ਇੱਥੇ ਹੂੰ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਰੂਟੀਨ ਵਿੱਚ ਉਸ ਨੂੰ ਅਡੈਪਟ ਕਰਦੇ ਹੋ ਉਹ ਤੁਹਾਨੂੰ ਖੁਦ ਵੇਖਣਾ ਪੈਣਾ ਹੈ। ਪਹਿਲੀ ਚੀਜ਼ ਹੈ ਓਬਵੀਅਸਲੀ ਜਿਸ ਤਰ੍ਹਾਂ ਦੀ ਅਸੀਂ ਸਾਰਿਆਂ ਦੀ ਜ਼ਿੰਦਗੀ ਚੱਲਦੀ ਹੈ, ਮਲਟੀਟਾਸਕਿੰਗ ਹੈਜ਼ ਬਿਕਮ ਅ ਨੋਰਮ, ਹੈ ਨਾ। ਇੱਕ ਕੰਮ ਕਰ ਰਹੇ ਹੋ ਤੇ ਨਾਲੇ ਤੁਹਾਨੂੰ ਦੂਜਾ ਵੀ ਕਰਨਾ ਹੈ ਜੀ, ਤੇ ਜਦ ਦੂਜਾ ਕਰ ਰਹੇ ਹੋ ਤਾਂ ਤੁਹਾਨੂੰ ਤੀਜਾ ਵੀ ਕਰਨਾ ਹੈ। ਦੈਟ ਇਜ਼ ਸਮਥਿੰਗ ਜਿਹੜੇ ਕਿ ਅੱਜ ਦੇ ਦਿਨ ਵਿੱਚ ਅਸੀਂ ਸਾਰਿਆਂ ਨੂੰ ਕਰਨਾ ਹੀ ਪੈਂਦਾ, ਭਾਵੇਂ ਅਸੀਂ ਕਰਨਾ ਮੰਗੀਏ ਜਾਂ ਨਾ ਮੰਗੀਏ। ਵਨ ਥਿੰਗ। ਦੂਜੀ ਚੀਜ਼ ਹੈ ਜਿਹੜੀ ਕਿ ਮੇਨ ਪ੍ਰੋਬਲਮ ਕਾਜ਼ ਕਰਦੀ ਹੈ, ਉਹ ਹੈ ਕਿ ਕੋਈ ਚੀਜ਼ ਸਾਨੂੰ ਕਰਨੀ ਪੈ ਰਹੀ ਹੈ ਜਿਹੜੀ ਅਸੀਂ ਕਰਨਾ ਨਹੀਂ ਮੰਗਦੇ। ਓਕੇ। We resent and resist what we do, yet we keep on doing it. Now, ਇਹ ਹੈਗੀ ਜਿਹੜੀ ਕਿ ਬਿਗ ਹਿੰਡਰੈਂਸ ਹੈਗੀ। It's like we are causing friction to our own flow of energy. It's like an animal trying to devour its own tail. ਕਿ ਕੋਈ ਕੰਮ ਤੁਹਾਨੂੰ ਕਰਨਾ ਪੈ ਰਿਹਾ ਹੈ ਜਿਹੜਾ ਕਿ ਤੁਸੀਂ ਕਰਨਾ ਮੰਗਦੇ ਨਹੀਂ ਹੋ ਪਰ ਕਰਨਾ ਹੀ ਪਏਗਾ, ਰਾਈਟ। ਇਸ ਵਾਸਤੇ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਕੰਮ ਉੱਦਾਂ ਦਾ ਕਰੋ ਜਿਹੜਾ ਕਿ ਤੁਸੀਂ ਕਰਨਾ ਮੰਗਦੇ ਹੋ। ਐਗਜ਼ਾਮਪਲ ਸੇਕ, ਤੁਸੀਂ ਪੇਂਟਰ ਹੋ, ਤੁਸੀਂ ਪੇਂਟ ਕਰਦੇ ਹੋ, ਤੁਸੀਂ ਪੇਂਟ ਕਰਨਾ ਮੰਗਦੇ ਹੋ। ਤੁਹਾਡੇ ਪੇਰੈਂਟਸ ਕਹਿੰਦੇ ਨਹੀਂ, ਤੂੰ ਪੇਂਟਿੰਗ ਕਰੇਗਾ ਤੇ ਤੇਰਾ ਤੇ ਕੁਝ ਨਹੀਂ ਹੋਣ ਵਾਲਾ, ਤੂੰ ਕਿੱਦਾਂ ਕਮਾਏਗਾ, ਤੂੰ ਕਿੱਦਾਂ ਜੀਏਗਾ, ਤੂੰ ਕੁਝ ਕੰਮ ਦਾ ਕੰਮ ਕਰ, ਤੂੰ ਲਾਅ ਕਰ ਲੈ। ਤੇ ਤੁਸੀਂ ਲਾਅ ਕਰ ਲਿੱਤੀ ਤੇ ਤੁਸੀਂ ਜੱਜ ਬਣ ਗਏ, ਤੇ ਜੱਜ ਬਣ ਗਏ ਤੇ ਹੁਣ ਉੱਥੇ ਕੋਰਟ 'ਚ ਖੜੇ ਹੋ। ਕੋਰਟ 'ਚ ਤੁਸੀਂ ਬੈਠੇ ਹੋ ਤੇ ਲੋਕੀ ਆ ਰਹੇ ਨੇ ਤੇ ਇੱਕ ਆਇਆ ਮੁਲਜ਼ਮ ਤੇ ਤੁਸੀਂ ਉਸ ਨੂੰ ਵੇਖ ਰਹੇ ਹੋ, ਕਹਿੰਦੇ ਨੇ ਹਾਂ ਇਹ ਤੇ ਬੜਾ ਹੀ ਫੋਟੋਜੈਨਿਕ ਇਸ ਦਾ ਫੇਸ ਹੈ, ਮਨ ਵਿੱਚ ਸੋਚ ਰਹੇ ਹੋ। ਅੱਛਾ। ਧਿਆਨ ਤੁਹਾਡਾ ਨਾ ਇੱਥੇ ਹੈ ਨਾ ਉੱਥੇ ਹੈ। ਹਲੇ ਵੀ ਤੁਸੀਂ ਦਿਲੋਂ ਪੇਂਟਰ ਹੋ ਪਰ ਕਰਨਾ ਕੁਝ ਹੋਰ ਪੈ ਰਿਹਾ ਹੈ ਨਾ। ਹੁਣ ਤੁਸੀਂ ਬੈਠੇ ਹੋ, ਤੁਸੀਂ ਸੁਣਨਾ, ਬਟ ਯੂ ਆਰ ਨਾਟ ਬੀਇੰਗ ਅਟੈਂਟਿਵ, ਯੂ ਕੈਨ ਨਾਟ ਬੀ ਅਟੈਂਟਿਵ ਬਿਕਾਜ਼ ਤੁਸੀਂ ਉਹ ਹੋਣਾ ਹੀ ਨਹੀਂ ਚਾਹੁੰਦੇ ਸੀਗੇ, ਰਾਈਟ। ਇੱਕ ਐਸਪੈਕਟ ਹੈ ਕਿ ਤੁਸੀਂ be yourselves fully, completely be yourselves, do not be anybody else. ਕਿਸੇ ਨੂੰ imitate ਕਰਨ ਦੀ ਲੋੜ ਨਹੀਂ ਹੈ। Imitators are never fulfilled beings. Be yourselves completely 100%. ਇੱਕ ਐਸਪੈਕਟ ਹੈ ਕਿਸ ਤਰ੍ਹਾਂ ਤੁਸੀਂ ਆਪਣੀ ਲਾਈਫ ਵਿੱਚ ਇਸ ਨੂੰ ਮੋਲਡ ਕਰਕੇ ਪਾ ਸਕਦੇ ਹੋ, ਰਾਈਟ। ਕੋਈ ਵੀ ਕੰਮ ਰਿਜ਼ੈਂਟਮੈਂਟ ਤੇ ਰੈਜ਼ਿਸਟੈਂਸ ਦੇ ਨਾਲ ਨਹੀਂ ਕਰਨਾ ਹੈਗਾ। ਉਹ ਕਿੱਦਾਂ ਤੁਸੀਂ ਰਿਜ਼ੈਂਟਮੈਂਟ ਤੇ ਰੈਜ਼ਿਸਟੈਂਸ ਡ੍ਰੌਪ ਕਰੋਗੇ ਉਹ ਸਮਝਣਾ ਜ਼ਰੂਰੀ ਹੈ। ਵਟ ਇਜ਼ ਇਟ ਦੈਟ ਯੂ ਆਰ ਰਿਜ਼ੈਂਟਿੰਗ ਅਬਾਊਟ? ਜਦ ਤੱਕ ਤੁਸੀਂ ਉਸ ਦੀ ਕਾਜ਼ ਵਿੱਚ ਨਹੀਂ ਜਾਓਗੇ ਤੁਸੀਂ ਉਸ ਦੇ ਇਫੈਕਟ ਨੂੰ ਠੀਕ ਨਹੀਂ ਕਰ ਪਾਓਗੇ। ਅਗਰ ਕੋਈ ਗਲਤੀ ਤੁਹਾਡੇ ਕੋਲ ਹੋ ਗਈ ਹੈ, ਉਸ ਗਲਤੀ ਨੂੰ ਤੁਹਾਨੂੰ ਠੀਕ ਕਰਨਾ ਪਏਗਾ। ਸ਼ਾਇਦ ਉਸ ਲਈ ਤੁਹਾਨੂੰ ਮਾਫੀ ਮੰਗਣੀ ਪਏ ਤਾਂ ਕਿ ਤੁਸੀਂ ਗਿਲਟ ਫਰੀ ਹੋ ਜਾਓ। ਗਿਲਟ ਫਰੀ ਹੋ ਕੇ ਤੁਸੀਂ ਈਜ਼ੀ ਜੀ ਸਕੋ, ਈਜ਼ੀ ਕੰਮ ਕਰ ਸਕੋ, ਹੈ ਨਾ। ਇਸ ਚੀਜ਼ ਨੂੰ ਸਮਝਣ ਦੀ 100% ਲੋੜ ਹੈ। Another thing, please be very mindful कि you may have done something wrong, you may have failed to do something, but you are not the failure. ਜਿਵੇਂ ਕਿ ਕਲਾਊਡਸ ਹੁੰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਕੋਈ ਕਾਲੇ ਕਲਾਊਡਸ ਹੁੰਦੇ ਨੇ, ਕੋਈ ਸਫੇਦ ਕਲਾਊਡਸ ਹੁੰਦੇ ਨੇ। ਕਿਸੇ ਕਲਾਊਡ ਵਿੱਚ ਪਾਣੀ ਭਰਿਆ ਹੁੰਦਾ ਹੈ, ਉਹ ਪੂਰਾ ਅੱਛਾ ਰੇਨੀ ਹੋ ਕੇ ਗਰੀਨਰੀ ਦਿੰਦੇ ਨੇ, ਉਹ ਹਾਰਵੈਸਟ 'ਚ ਹੈਲਪ ਕਰਦੇ ਨੇ। ਅਤੇ ਕੁਝ ਇੱਦਾਂ ਦੇ ਕਲਾਊਡਸ ਹੁੰਦੇ ਨੇ ਜਿਹੜੇ ਕਿ ਡਿਸਟਰਕਸ਼ਨ ਐਂਡ ਡੈਵਸਟੇਸ਼ਨ ਲੈ ਕੇ ਆਉਂਦੇ ਨੇ। ਬਟ ਯੂ ਆਰ ਨਾਟ ਦ ਕਲਾਊਡ, you are the sky. You
are not the deeds. You are the consciousness. Untouchable and untouched. ਜਿਹੜੇ ਕੰਮ ਹੁੰਦੇ ਨੇ ਤੁਸੀਂ ਸੋਚਦੇ ਹੋ ਕਿ ਤੁਸੀਂ ਕਰ ਰਹੇ ਹੋ, but actually you are just an instrument at his hands. God does not have his hands. Your hands are his. ਤੁਸੀਂ ਉਹ ਕਰਦੇ ਹੋ, ਪਰ ਅਗਰ ਤੁਸੀਂ ਉਹ ਅਵੇਅਰਨੈਸ ਦੇ ਨਾਲ ਨਹੀਂ ਕਰ ਰਹੇ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਕੀ ਨਹੀਂ ਕਰ ਰਹੇ ਹੋ। ਤੇ ਜੋ ਵੀ ਤੁਸੀਂ ਕਰੋ, ਜਦ ਤੁਸੀਂ ਉਸ ਨੂੰ ਅਵੇਅਰਨੈਸ ਤੇ ਅਟੈਂਸ਼ਨ ਦੇ ਨਾਲ ਕਰੋਗੇ, ਉਹ ਚੀਜ਼ ਕੋਈ ਵੀ ਸਾਈਕੋਲੋਜੀਕਲ ਹੈਂਗਓਵਰਸ ਤੁਹਾਡੇ ਲਈ ਨਹੀਂ ਛੱਡੇਗੀ। There would be no trace. It's finished. Then you are a man. You do not need to look back. ਪਿੱਛੇ ਕਿਸ ਨੂੰ ਵੇਖੋਗੇ? ਕੰਮ ਤੇ ਕੰਪਲੀਟਡ ਹੈਗਾ। There's nothing to look back. ਤੁਸੀਂ ਅੱਗੇ ਹੀ ਵੇਖੋਗੇ, ਫਿਰ ਤੁਸੀਂ ਅੱਗੇ ਚੱਲ ਸਕਦੇ ਹੋ। Another thing, very significant, I would say, whatever you do it as an offering to the Lord. ਜਿਵੇਂ ਕਿ ਉਹ ਕੰਮ ਤੁਸੀਂ ਰੱਬ ਲਈ ਕਰ ਰਹੇ ਹੋ। ਜਦ ਤੁਸੀਂ ਕੋਈ ਵੀ ਕੰਮ ਜੋ ਕਰ ਰਹੇ ਹੋ, ਉਹ ਇਹ ਸਮਝ ਕੇ ਕਰੋ ਕਿ ਤੁਸੀਂ ਰੱਬ ਲਈ ਕਰ ਰਹੇ ਹੋ, ਜਿਹੜੇ ਕਿ ਐਕਚੁਅਲੀ ਤੁਸੀਂ ਰੱਬ ਲਈ ਹੀ ਕਰ ਰਹੇ ਹੋ, ਜਿਹੜਾ ਕਿ ਤੁਹਾਨੂੰ ਪਤਾ ਨਹੀਂ ਹੈ, ਜਿਹੜਾ ਕਿ ਹੁਣੇ ਫॉर ਦ ਟਾਈਮ ਬੀਇੰਗ ਮੈਂ ਕਹਿ ਰਿਹਾ ਤੇ ਤੁਸੀਂ ਸੁਣ ਰਹੇ ਹੋ, ਬਟ ਯੂ ਪ੍ਰੋਬਬਲੀ ਡੋਂਟ ਐਗਰੀ ਵਿਦ ਮੀ, ਬਟ ਇਟ ਡਜ਼ ਨਾਟ ਮੈਟਰ ਯੈਟ। ਪਰ ਮੈਂ ਤੁਹਾਨੂੰ ਫॉर ਨਾਓ ਇਹ ਦੱਸ ਰਿਹਾ ਹਾਂ ਕਿ whatever you do it as if you are doing for God. Then arises a state of choicelessness. Choiceless. Which means ਜਿਵੇਂ ਕਿ ਇੱਕ ਐਨੀਮਲ ਹੈਗਾ, ਉਸ ਐਨੀਮਲ ਨੇ ਇਹ ਨਹੀਂ ਵੇਖਣਾ ਕਿ ਤੁਸੀਂ ਇਹ ਕਰੋਗੇ ਤਾਂ ਉਹ ਖੁਸ਼ ਰਵੇ ਤੇ ਇਹ ਨਾ ਕਰੋ ਤੇ ਉਹ ਨਾ ਖੁਸ਼ ਰਵੇ। whatever you do, ਉਸ ਲਈ ਹਰ ਐਕਸਪੀਰੀਅੰਸ ਇਸ ਤਰ੍ਹਾਂ ਹੈਗਾ ਜਿਵੇਂ ਕਿ ਉਹ ਗੋਡ ਗਿਵਨ ਐਕਸਪੀਰੀਅੰਸ ਹੈ ਤੇ ਉਹ ਉਸ ਵਿੱਚ ਹੈਪੀ ਹੈਗਾ। ਨਾਓ ਕਿਸ ਤਰੀਕੇ ਦੇ ਨਾਲ ਤੁਸੀਂ ਜੋ ਵੀ ਕੰਮ ਕਰੋ, ਉਸ ਵਿੱਚ ਤੁਹਾਡੀ ਖੁਸ਼ੀ, ਤੁਹਾਡਾ ਜੋਏ, ਤੁਹਾਡੀ એનર્ਜੀ ਫਲੋ ਕਰੇ, ਤਾਂ ਕਿ ਤੁਸੀਂ ਇਸ ਜੀਵਨ ਨੂੰ ਪਲ ਪਲ ਵਿੱਚ ਜੀ ਜਾਓ। When you become one with the existence in every little moment, ਜਦ ਤੁਸੀਂ ਉਹ ਚੀਜ਼ ਨੂੰ ਕਰ ਪਾਓ ਤਾਂ ਤੁਹਾਡੀ ਜ਼ਿੰਦਗੀ ਸਫਲ ਹੈ। ਕਿਉਂਕਿ ਮੋਮੈਂਟ ਬਾਏ ਮੋਮੈਂਟ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਦ ਟਾਈਮ ਆ ਜਾਣਾ ਹੈ ਤੇ ਕਹਿਣਾ ਕਿ ਚਲੋ ਜੀ, the unwanted visitor has come, you got to go now. ਮੈਂ ਇਹ ਦੇਖ ਰਹੀ ਹਾਂ ਕੁਝ ਗੱਲਾਂ ਤੁਸੀਂ ਕੀਤੀਆਂ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਤੁਸੀਂ ਕਿਹਾ ਕਿ ਰਿਜ਼ੈਂਟਮੈਂਟ ਅਤੇ ਰੈਜ਼ਿਸਟੈਂਸ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ, ਜਿੱਥੇ ਆਪਣੇ ਆਪ ਨਾਲ ਧੱਕਾ ਨਾ ਕਰੀਏ। ਮਜਬੂਰੀ ਵਸ ਕੁਝ ਜੇ ਕੋਈ ਕੰਮ ਕਰ ਰਹੇ ਹੋ ਤਾਂ ਜੇ ਉਹ ਕੰਮ ਕਰੋਗੇ ਉਹਦੇ 'ਚ ਸਾਡੀ ਫੁੱਲ ਅਟੈਂਸ਼ਨ ਪੈਣੀ ਹੀ ਨਹੀਂ, ਉਹ 'ਚ ਧਿਆਨ ਪੈਣਾ ਹੀ ਨਹੀਂ ਹੈਗਾ। ਜਿੱਥੇ ਰੈਜ਼ਿਸਟੈਂਸ ਦੀ ਗੱਲ ਹੈ, ਬਈ ਰਿਜ਼ੈਂਟਮੈਂਟ ਦੀ ਗੱਲ ਹੈ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਤੁਸੀਂ ਉਹਦੇ ਵਿੱਚ ਵੀ ਉਹੀ ਗੱਲ ਆ ਗਈ ਕਿ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਗੁੱਸਾ ਹੈ, ਜਾਂ ਤੁਸੀਂ ਚਾਹ ਰਹੇ ਹੋ ਅੰਦਰੋਂ ਕਿ ਨਹੀਂ ਇਹ ਕੰਮ ਮੈਂ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਧੱਕੇ ਜ਼ੋਰੀ ਇਹ ਕੰਮ ਕਰਨਾ ਪੈ ਰਿਹਾ ਹੈ। ਉੱਥੇ ਵੀ ਇਹ ਜਿਹੜੀ ਚਾਹਤ ਰੱਖਣੀ ਉਹ ਗਲਤ ਹੋਏਗੀ। ਆਪਾਂ ਕਹੀਏ ਕਿ ਜੋ ਤੁਸੀਂ ਕਰੋ ਉਹ ਤੁਸੀਂ ਫੁੱਲੀ ਅਟੈਂਟਿਵ ਹੋ ਕੇ ਕਰੋ ਜਾਂ ਫੁੱਲੀ ਉਹਨੂੰ ਕਰੋ। ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਆ ਕਿ ਜਿੱਥੇ ਕਿਸੇ ਨੂੰ ਮਾफ़ ਕਰਨ ਦੀ ਲੋੜ ਹੈ, ਚਾਹੇ ਉਹ ਆਪਣਾ ਆਪ ਹੈ ਜਾਂ ਕੋਈ ਹੋਰ ਹੈ, ਮਾफ़ ਕੀਤੇ ਬਗੈਰ ਤੁਸੀਂ ਅਗਾਂਹ ਨਹੀਂ ਵੱਧ ਸਕਦੇ। ਜੇ ਤੁਸੀਂ ਉਸ ਹਾਲਤ ਦੇ ਵਿੱਚੋਂ, ਚਾਹੇ ਤੁਸੀਂ ਆਪਣੇ ਆਪ ਲਈ ਗਿਲਟ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿਸੇ ਖਿਲਾਫ ਕੋਈ ਇਹੋ ਜਿਹੀ ਗੱਲਬਾਤ ਹੈ, ਤੁਹਾਨੂੰ ਲੱਗਦਾ ਕਿ ਨਹੀਂ ਤੁਹਾਡੇ ਨਾਲ ਧੱਕਾ ਕਰਤਾ ਕਿਸੇ ਨੇ, ਉਸ ਸਿਚੁਏਸ਼ਨ ਦੇ ਵਿੱਚ ਵੀ ਤੁਸੀਂ ਫੁੱਲੀ ਅਟੈਂਟਿਵ ਨਹੀਂ ਹੋ ਸਕਦੇ। ਇਹਦੇ ਵਿੱਚ ਇੱਕ ਹੋਰ ਚੀਜ਼ ਆਉਂਦੀ ਹੈ, ਸੈਲਫ ਪਿਟੀ ਦੀ ਗੱਲ ਵੀ ਆਉਂਦੀ ਹੈ। ਤੁਸੀਂ ਆਪਣੇ ਆਪ 'ਤੇ ਹੀ ਦਇਆ ਤਰਸ ਦੇ ਪਾਤਰ ਤੁਸੀਂ ਆਪਣੇ ਆਪ ਨੂੰ ਬਣਾਇਆ ਹੋਇਆ ਕਿ ਵੀ ਕਿਸੇ ਗੱਲੋਂ ਚਾਹੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਹੋ ਜਾਂ ਤੁਹਾਨੂੰ ਲੱਗਦਾ ਤੁਹਾਡੇ ਵਰਗੀ ਤਕਲੀਫ ਹੈ ਕਿਸੇ ਨੂੰ ਨਹੀਂ, ਦਰਦ ਕਿਸੇ ਨੂੰ ਹੋਰ ਨਹੀਂ ਹੈਗਾ, ਮੇਰਾ ਦਰਦ ਨਹੀਂ ਕੋਈ ਸਮਝ ਸਕਦਾ, ਉਹ ਕੋਈ ਫਿਜ਼ੀਕਲੀ ਹੈ, ਉਹ ਮੈਂਟਲ ਹੈ, ਇਮੋਸ਼ਨਲੀ ਹੈ, ਜਿਸ ਵੀ ਲੈਵਲ 'ਤੇ ਹੈ। ਇਸ ਸਿਚੁਏਸ਼ਨ ਦੇ ਵਿੱਚ ਵੀ ਬਹੁਤ ਔਖਾ ਹੋ ਜਾਂਦਾ ਕਿਸੇ ਚੀਜ਼ 'ਤੇ ਫੋਕਸ ਕਰਨਾ। ਮੈਨੂੰ ਲੱਗਦਾ ਬਹੁਤੇ ਲੋਕ ਅਸੀਂ ਇਸ ਹਾਲਤ ਦੇ ਵਿੱਚ ਵੀ ਰਹਿ ਰਹੇ ਹਾਂ। ਸੁਧੀਰ ਜੀ, ਐਬਸੋਲੂਟਲੀ। ਤੁਸੀਂ 2 ਪੁਆਇੰਟਸ ਇੱਥੇ ਕਹੇ ਤੇ
the very first one I would say, every forgiveness is self forgiveness. ਤੁਸੀਂ ਇਹ ਸਮਝ ਲਓ ਕਿ ਅਗਰ ਕਿਸੇ ਨੇ ਤੁਹਾਡੇ ਅਗੇਂਸਟ ਕੁਝ ਵੀ ਗਲਤ ਕੀਤਾ ਜਿਸ ਨੂੰ ਤੁਸੀਂ ਮੈਂਟਲੀ ਹੋਲਡ ਕਰ ਲਿੱਤਾ, ਜੀ, ਤੁਸੀਂ ਉਸ ਨੂੰ ਮਾਫ ਨਹੀਂ ਕਰ ਪਾ ਰਹੇ, ਤੁਸੀਂ ਸੋਚੋ ਅਗਲੇ ਬੰਦੇ ਨੂੰ ਕੁਝ ਪਤਾ ਨਹੀਂ ਚੱਲਣਾ, ਪਰ ਤੁਹਾਡੀ એનર્ਜੀ ਫॉर द ਟਾਈਮ ਬੀਇੰਗ ਬਲੌਕਡ ਹੈਗੀ। ਟਰੂ। ਉਹ ਤੁਸੀਂ ਸੌਂਦੇ ਉੱਠਦੇ ਉਹ ਤੁਹਾਨੂੰ ਡਿਸਟਰਬ ਕਰਦੀ ਹੈ। ਤੇ ਬੈਸਟ ਵੇ ਇਜ਼ ਟੂ ਰੀਅਲੀ ਸੀ ਦ ਥਿੰਗ ਕਿ ਅਸੀਂ ਸਾਰੇ ਹੀ ਇਨਸਾਨ ਹੈਗੇ ਹਾਂ ਤੇ ਅਸੀਂ ਸਾਰਿਆਂ ਕੋਲੋਂ ਹੀ ਗਲਤੀ ਹੁੰਦੀਆਂ ਨੇ। And there is no big and small mistake. A mistake is a mistake. It happens and we all do it. Unless ਅਸੀਂ ਉਸ ਦਾ ਇੱਕ objective view ਲੈ ਕੇ ਉਸ ਨੂੰ ਨਹੀਂ ਵੇਖਦੇ। Objective view means when you don't take things personally. ਜਦ ਇੱਕ ਚੀਜ਼ ਨੂੰ, ਇੱਕ ਪ੍ਰੋਬਲਮ ਨੂੰ ਐਜ਼ ਐਨ ਆਬਜੈਕਟ ਸਮਝਦੇ ਹੋ ਤੁਸੀਂ, not as you, right? ਕਿਸੇ ਨੇ ਮੈਨੂੰ ਕਹਿ ਦਿਆ ਇਹ ਤੇ ਬੰਦੇ ਨੂੰ ਸਮਝ ਹੀ ਨਹੀਂ ਹੈਗੀ ਹੈ। ਲੈਟਸ ਸੇ there is a comment ਕਿ ਇਹ ਸੁਧੀਰ ਨੂੰ ਤੇ ਸਮਝ ਹੀ ਨਹੀਂ ਹੈਗੀ ਹੈ। ਲੈਟਸ ਸੇ now if ਸੁਧੀਰ takes it ਕਿ ਇਹਨੇ ਤੇ ਕਹਿ ਦਿੱਤਾ ਕਿ ਮੈਨੂੰ ਸਮਝ ਹੀ ਨਹੀਂ ਹੈ, ਮੈਨੂੰ ਸਮਝ ਨਹੀਂ ਹੈਗੀ ਹੈ, ਉਸਨੇ ਉਸ ਨਾ ਸਮਝੀ ਨੂੰ ਆਪਣੇ ਦੇ ਨਾਲ ਕਨੈਕਟ ਕਰ ਦਿੱਤਾ। Okay. Which means taken very personally. When you take a thing personally, ਉੱਥੇ ਪ੍ਰੋਬਲਮ ਹੈ। ਤੇ ਕਿੱਥੇ ਜਾਣੀ ਚਾਹੀਦੀ ਉਹ ਚੀਜ਼? ਤੇ ਜਦ ਤੁਸੀਂ ਉਸ ਚੀਜ਼ ਨੂੰ ਪਰਸਨਲੀ ਨਾ ਲਓ, ਨਾ ਚੀਜ਼ ਇਜ਼ ਦ ਥਿੰਗ ਇਜ਼ ਕਿ ਤੁਸੀਂ ਉਸ ਚੀਜ਼ ਨੂੰ ਪਰਸਨਲੀ ਨਹੀਂ ਲਓ ਤੇ ਫਿਰ ਕਿੱਥੇ ਜਾਵੇ ਉਹ? which means ਅਗਲੇ ਬੰਦੇ ਨੇ ਕਿਹਾ ਤੇ ਤੁਸੀਂ ਉਸਨੂੰ ਕਿਹਾ, ਤੁਸੀਂ ਸਮਝਿਆ ਕਿ ਉਹਨੇ ਕਿਹਾ ਹੈ ਤੇ ਮੈਂ ਇਸ ਚੀਜ਼ ਨੂੰ ਮੇਬੀ ਉਸ ਅਗਲੇ ਨੂੰ ਸਮਝ ਨਹੀਂ ਹੈਗੀ। ਉਹ ਤੇ ਨਹੀਂ ਜਾਣਦਾ ਕਿ ਕਿਹੜੇ ਬੈਕਗਰਾਊਂਡ ਦੇ ਨਾਲ ਮੈਂ ਗੱਲ ਕਰ ਰਿਹਾ ਜਾਂ ਮੈਂ ਕਦ ਕਿਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਹੈਗਾ ਤੇ ਉਸ ਨੂੰ ਉਸ ਚੀਜ਼ ਦੀ ਪੂਰੀ ਸਮਝ ਹੈਗੀ ਜਾਂ ਉਸ ਨੂੰ ਪਤਾ ਹੈ ਕਿ ਮੈਂ ਕਿਹੜੇ ਸਰਕਮਸਟੈਂਸਿਸ ਤੋਂ ਨਿਕਲ ਰਿਹਾ ਤੇ ਮੈਂ ਕਦ ਉਹ ਚੀਜ਼ ਕਹਿ ਦਿੱਤੀ ਤੇ ਉਸਨੇ ਮੈਨੂੰ ਇਹ ਕਮੈਂਟ ਕਰ ਦਿੱਤਾ। ਸੋ ਜਿਹੜਾ ਰਿਸਪੌਂਡ ਕਰਨ ਦਾ ਸਾਡਾ ਤਰੀਕਾ ਬਦਲ ਗਿਆ। Absolutely. So it's 90% of the times it's our reaction that is causing the problem. Right. ਤੇ ਦੂਜੀ ਚੀਜ਼ ਤੁਸੀਂ ਗੱਲ ਕੀਤੀ ਹੈਗੀ ਸੈਲਫ ਪਿਟੀ ਦੀ। ਸੈਲਫ ਪਿਟੀ ਆ ਰਹੀ ਹੈ ਨਾ। ਹਿਊਮਨ ਬੀਇੰਗਸ ਜਿਹੜੇ ਹੈਗੇ ਨੇ ਇੱਕ ਪੂਰੀ ਦੀ ਪੂਰੀ ਉਹਨਾਂ ਦੀ ਐਵੋਲਿਊਸ਼ਨ ਦੀ ਸਟੇਜ ਹੈਗੀ। ਐਵੋਲਿਊਸ਼ਨ ਇਵੋਲਵ ਹੁੰਦਾ ਹੈ। ਜਿਹੜੀ ਵੈਰੀ ਫਰਸਟ ਸਟੇਜ ਹੈ ਜਿਸ ਵਿੱਚੋਂ ਹਰ ਹਿਊਮਨ ਬੀਇੰਗ ਨੂੰ ਨਿਕਲਣਾ ਪਏਗਾ, ਉਸ ਨੂੰ ਕਹਿੰਦੇ ਨੇ ਵਿਕਟਿਮ ਸਟੇਜ। ਵਿਕਟਿਮ, where a person sees himself as a victim always. ਮੇਰੇ ਨਾਲ ਮਾੜਾ ਹੋ ਗਿਆ। ਰੱਬ ਮੇਰੇ ਨਾਲ ਇਹ ਕਿਉਂ ਕਰਦਾ ਹੈ, ਮੈਂ ਹੀ ਕਿਉਂ, ਹੈ ਨਾ। ਜਦ ਟਾਈਮ ਬੀਤ ਜਾਏਗਾ ਤੇ ਉਹਨੂੰ ਸਮਝ ਆ ਜਾਏਗਾ ਕਿ ਇਹ ਮੇਰੇ ਨਾਲ ਨਹੀਂ ਹੈ, ਇਹ ਸਾਰਿਆਂ ਦੇ ਨਾਲ ਹੁੰਦਾ ਹੈ, ਇਹ ਦੁਨੀਆ ਹੈ, ਇਸ ਵਿੱਚ ਇਹ ਸਭ ਹੁੰਦਾ ਹੈ, ਰਾਈਟ। ਜਦ ਉਸ ਨੂੰ ਇੱਕ ਬ੍ਰੌਡਰ ਵਿਊ ਵਿੱਚ ਵੇਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਇਸ ਤੋਂ ਇੱਕ ਲੈਵਲ ਉੱਤੇ ਪਹੁੰਚਦਾ ਹੈ। ਵਿਕਟਿਮ ਸਟੇਜ, whether it's a victim or a perpetrator, it's not much of a difference. It's just two sides of the same coin. It's one and the same thing. Two extremes again. Okay. ठीक है. Next stage है जद ਉਹ ਬੰਦਾ ਉਸ ਤੋਂ ਇੱਕ ਲੈਵਲ ਉੱਤੇ ਵੱਧ ਜਾਂਦਾ, ਉਹ ਉਸ ਚੀਜ਼ ਤੋਂ ਪਰੇ ਹੋ ਗਿਆ, ਉਹ ਕਹਿੰਦਾ ਨਹੀਂ ਮੈਂ ਵਿਕਟਿਮ ਨਹੀਂ ਹਾਂ। ਤਾਂ ਉਹ ਇੱਕ ਸਟੇਜ ਤੇ ਆਉਂਦਾ ਹੈ ਜਿਸ ਨੂੰ ਕਹਿੰਦੇ ਨੇ ਕਿ ਉਹ ਮੈਨੀਫੈਸਟਰ ਹੋ ਜਾਂਦਾ ਹੈ। ਮੈਨੀਫੈਸਟਰ ਤਾਂ ਉਹ ਚੀਜ਼ਾਂ ਕ੍ਰੀਏਟ ਕਰਦਾ ਹੈ, ਤਾਂ ਉਹ ਕੁਝ ਕਰਨ ਜੋਗੀ ਬਣ ਜਾਂਦਾ ਹੈ, ਤਾਂ ਉਹ ਕਰਦਾ ਹੈ। ਹੁਣ ਉਹ ਕਰਦਾ ਤੇ ਹੈ, ਪਰ ਉਸ ਕਰਨ ਦੇ ਨਾਲ ਹੀ ਉਸ ਦੀ ਈਗੋ ਵੱਧਦੀ ਹੈ। ਉਸ 'ਚ ਇੱਕ ਨਵੀਂ ਪ੍ਰੋਬਲਮ ਆ ਜਾਂਦੀ ਹੈ ਜਿਸ ਨੂੰ ਕਹਿੰਦੇ ਨੇ ਈਗੋ। ਉਹ ਕਹਿੰਦਾ ਕਿ ਮੈਂ ਹੀ ਕਰ ਰਿਹਾ ਹਾਂ,
ਕਰਨ ਵਾਲਾ ਹੀ ਮੈਂ ਹਾਂ, ਰਾਈਟ। ਮੈਂ ਹੀ ਤਾਂ ਕਰ ਰਿਹਾ, ਮੈਂ ਹੀ ਤਾਂ ਦੇਖੋ ਕੀ ਕੁਝ ਕਰ ਦਿੱਤਾ ਮੈਂ। ਉਹ ਇਸ ਤਰ੍ਹਾਂ ਸੋਚਣ ਲੱਗ ਜਾਂਦਾ। ਫਿਰ ਇੱਕ ਟਾਈਮ ਆਉਂਦਾ ਹੈ, ਅਗਰ ਆਉਂਦਾ ਹੈ ਤੇ ਮੇ ਬੀ ਇਸ ਲਾਈਫ ਟਾਈਮ ਵਿੱਚ, ਮੇ ਬੀ ਨੈਕਸਟ ਲਾਈਫ, ਐਵੋਲਿਊਸ਼ਨ ਦੀ ਗੱਲ ਕਰ ਰਹੇ ਸੀ। ਐਵੋਲਿਊਸ਼ਨ ਦੀ ਗੱਲ ਕਰ ਰਿਹਾ ਮੈਂ, ਕਿਉਂਕਿ ਬੋਡੀ ਤੇ ਸ਼ਿਫਟ ਹੁੰਦੀ ਹੈ, ਬੋਡੀ ਚੇਂਜ ਹੁੰਦੀ ਹੈ, ਬੋਡੀ ਚੋਗਾ ਹੈਗੀ ਤੇ ਆਤਮਾ ਹੈ ਉਹ ਸੇਮ ਰਹਿੰਦੀ ਹੈ, ਉਹ ਅਜਰ ਹੈ, ਅਮਰ ਹੈ ਨਾ। ਰਾਈਟ। ਤੇ ਉਹ ਲੈਟਸ ਸੇ ਉਹ ਐਟ ਦਿਸ ਐਵੋਲਿਊਸ਼ਨ ਸਟੇਜ, ਉਹ ਇਸ ਸਟੇਜ 'ਤੇ ਪਹੁੰਚ ਗਿਆ ਕਿ ਉਹ ਹੁਣ ਚੀਜ਼ ਨੂੰ ਕ੍ਰੀਏਟ ਕਰਨ ਲੱਗ ਗਿਆ ਤੇ ਉਸ ਵਿੱਚ ਈਗੋ ਆ ਗਈ। ਹੁਣ ਇੱਕ ਟਾਈਮ ਇੱਦਾਂ ਆਏਗਾ ਕਿ ਜਦ ਉਹ ਕਹੇਗਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਰੱਬ ਉਸ ਨੂੰ ਪਾ ਦੇਵੇਗਾ ਕਿ ਉਹਨੂੰ ਸਮਝ ਆਏਗਾ ਕਿ ਨਹੀਂ ਬਾਈ ਤੂੰ ਕੁਝ ਨਹੀਂ ਹੈਗਾ, ਤੂੰ ਜਿਸ ਤਰ੍ਹਾਂ ਕਹਿੰਦਾ ਕਿ ਮੈਂ ਕਰ ਰਿਹਾ, ਉਹ ਤੂੰ ਕੁਝ ਕਰ ਨਹੀਂ ਰਿਹਾ ਅਸਲ ਵਿੱਚ। ਉਸ ਨੂੰ ਆਪ ਹੀ ਸਮਝ ਆਣੀ ਹੈ, ਕੋਈ ਹੋਰ ਸ਼ਾਇਦ ਨਾ ਸਮਝਾ ਸਕੇ। Right. Because God creates situations to change you. And you expect God to change your situations. Right? ਬੰਦਾ ਚਾਹੁੰਦਾ ਹੈ ਕਿ ਮੇਰੀ ਸਿਚੁਏਸ਼ਨ ਰੱਬ ਚੇਂਜ ਕਰ ਦੇਵੇ ਤੇ ਰੱਬ ਜਿਹੜਾ ਹੈ ਉਹ ਉਹਨਾਂ ਸਿਚੁਏਸ਼ਨ ਦੇ ਥਰੂ ਤੁਹਾਨੂੰ ਚੇਂਜ ਕਰਨਾ ਮੰਗਦਾ ਹੈ। ਉਸ ਨੂੰ ਤੁਹਾਡੇ ਫਿਜ਼ੀਕਲ ਐਲੀਵੇਸ਼ਨ ਦੇ ਨਾਲ ਰੱਬ ਉਹਨਾਂ ਇੰਟਰਸਟਿਡ ਨਹੀਂ ਹੈ ਜਿੰਨਾ ਤੁਹਾਨੂੰ ਉਹ ਸਪਿਰਿਚੁਅਲੀ ਉਹ ਤੁਹਾਨੂੰ ਐਕਚੁਅਲੀ ਇਵੋਲਵ ਕਰਨਾ ਮੰਗਦਾ ਹੈ। ਰੱਬ ਦੀ ਜਿਹੜੀ ਸੋਚ ਹੈ, ਸਾਡੀ ਅਟੈਂਸ਼ਨ ਜਿਹੜੀ ਹੈ ਉਹ ਡਾਇਵਰਟ ਹੋ ਜਾਂਦੀ ਆ, ਅਸੀਂ ਫੋਕਸਡ ਨਹੀਂ ਰਹਿ ਪਾਉਂਦੇ। ਉਸੇ ਸਿਲਸਿਲੇ 'ਚ ਗੱਲ ਕਰਦੇ ਕਰਦੇ ਜ਼ਿਕਰ ਛੜਿਆ ਸੀ ਕਿ ਸੈਲਫ ਪਿਟੀ ਜਿਹੜੀ ਹੈ ਉਹ ਵੀ ਸਾਨੂੰ ਇੱਕ ਵੱਡਾ ਅੜਿੱਕਾ ਬਣ ਜਾਂਦੀ ਹੈ, ਸਾਡਾ ਧਿਆਨ ਕੇਂਦਰਿਤ ਨਹੀਂ ਹੁੰਦਾ। ਸੋ ਸੁਧੀਰ ਜੀ, ਤੁਸੀਂ ਪਿਛਲੇ ਹਿੱਸੇ 'ਚ ਕੁਝ ਜਿਹੜੇ ਸਟੈਪਸ ਦੀ ਗੱਲ ਕਰ ਰਹੇ ਸੀ ਕਿ ਅਸੀਂ ਹਿਊਮਨ ਬੀਇੰਗਸ ਦੇ ਤੌਰ 'ਤੇ ਇਵੋਲਵ ਕਿਸ ਤਰ੍ਹਾਂ ਹੁੰਦੇ ਹਾਂ, ਉਹ ਸਟੇਜ ਜਦੋਂ ਮੈਨੀਫੈਸਟੇਸ਼ਨ ਕਰ ਸਕਦਾ ਇੱਕ ਇਨਸਾਨ, ਉੱਥੇ ਆਪਾਂ ਪਹੁੰਚੇ ਸਾਂ। ਹਾਂਜੀ, ਫਸਟ ਸਟੇਜ ਮੈਂ ਦੱਸਿਆ ਸੀ ਕਿ ਵਿਕਟਿਮ ਸਟੇਜ ਹੈਗੀ, ਜਿਸ ਤੋਂ ਹਰ ਇਨਸਾਨ ਨੂੰ ਉੱਠਣਾ ਪਏਗਾ, ਉੱਠਣਾ ਪੈਂਦਾ ਹੈ। ਅਤੇ ਉਸ ਤੋਂ ਬਾਅਦ ਉਹ ਪਹੁੰਚਦਾ ਹੈ ਮੈਨੀਫੈਸਟਰ ਸਟੇਜ, ਜਿਸ ਵਿੱਚ ਉਹ ਕੁਝ ਕਰਨਾ ਸ਼ੁਰੂ ਕਰਦਾ ਹੈ। ਅਤੇ ਉਹ ਜਦ ਕੁਝ ਕਰਦਾ ਹੈ, ਉਹ ਜੋ ਵੀ ਕੰਮ ਕਰਦਾ ਹੈ ਉਹ ਸਮਝਦਾ ਹੈ ਕਿ ਉਹ ਕਰ ਰਿਹਾ ਹੈ। ਜਦ ਉਹ ਕਰ ਰਿਹਾ ਹੈ ਅਤੇ ਉਸ ਦੇ ਨਾਲ ਹੀ ਨਾਲ ਉਸ ਵਿੱਚ ਅਹਿਮ ਭਰਦਾ ਜਾਂਦਾ ਹੈ, ਈਗੋ ਵੱਧ ਜਾਂਦੀ ਹੈ। ਫਿਰ ਇੱਕ ਇਸ ਤਰ੍ਹਾਂ ਦੀ ਸਟੇਜ ਆ ਜਾਂਦੀ ਹੈ ਜਦ ਉਹਨੂੰ ਸਮਝ ਆ ਜਾਂਦਾ ਹੈ ਕਿ ਜੋ ਵੀ ਉਹ ਕਰ ਰਿਹਾ ਹੈ ਉਹ ਨਹੀਂ ਕਰ ਰਿਹਾ ਹੈ, ਕਿਉਂਕਿ ਉਸ ਤੋਂ ਕਰਵਾਇਆ ਜਾ ਰਿਹਾ ਹੈਗਾ ਅਤੇ ਉਹ ਚੀਜ਼ ਹੋ ਰਹੀ ਹੈ। ਇਟ ਇਜ਼ ਹੈਪਨਿੰਗ, ਇਟਸ ਨਾਟ ਦੈਟ ਹੀ ਇਜ਼ ਡੂਇੰਗ। ਇੱਕ ਲੈਵਲ ਹੈ ਜਿਸ 'ਤੇ ਉਹ ਪਹੁੰਚਦਾ ਹੈ ਤਾਂ ਹੀ ਉਹ ਚੀਜ਼ ਹੋ ਪਾਉਂਦੀ ਹੈ। ਮੋਸਟਲੀ ਇਹ ਜਦ ਤੁਹਾਡੀ ਈਗੋ ਪਰਮ ਸੀਮਾ 'ਤੇ ਪਹੁੰਚ ਜਾਂਦੀ ਹੈ, ਜਿਸ ਤੋਂ ਉੱਤੇ ਉਹ ਨਹੀਂ ਪਹੁੰਚ ਸਕਦੀ, ਜਦ ਉਹਨੂੰ ਪਤਾ ਲੱਗ ਜਾਂਦਾ, ਜਦ ਤੁਸੀਂ ਬਿਲਕੁਲ ਇਸ ਸਟੇਜ 'ਤੇ ਪਹੁੰਚ ਗਏ ਹੋ ਕਿ ਬਸ ਅਹਿਮ ਫੱਟਣ ਵਾਲਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਦੇ ਐਕਸਪੀਰੀਐਂਸਿਸ ਸ਼ਿਓਰਲੀ ਹੁੰਦੇ ਨੇ ਕਿ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਕਰਨ ਵਾਲਾ ਉਹ ਨਹੀਂ ਹੈ। ਤਾਂ ਉਹ ਥਰਡ ਸਟੇਜ 'ਤੇ ਪਹੁੰਚਦਾ ਹੈ। ਐਂਡ ਦਿਸ ਕੈਨ ਹੈਪਨ ਓਨਲੀ ਵਨਸ ਈਗੋ ਹੈਜ਼ ਬੀਨ ਡਰੋਪਡ। ਜਦ ਅਹਿਮ ਉਹ ਛੱਡ ਦਿੰਦਾ ਹੈ ਤਾਂ he becomes an instrument at his hand. Instrument. ਤਾਂ ਉਹ ਕੁਝ ਨਹੀਂ ਕਰ ਰਿਹਾ ਤੇ ਰੱਬ ਉਸ ਤੋਂ ਕਰਾ ਰਿਹਾ ਹੈ ਤੇ ਉਹ ਕਹਿੰਦਾ ਹੈ ਕਿ ਜੋ ਉਹ ਕਰਾ ਰਿਹਾ ਹੈ ਉਹ ਮੇਰੇ ਲਈ ਹੋ ਰਿਹਾ ਹੈਗਾ। ਉਹ ਹਲੇ ਵੀ ਸਟਿਲ, ਪਰ ਉਹ ਇਸ ਡੁਐਲਿਟੀ ਦੀ ਸਟੇਜ 'ਚ ਹੈਗਾ। ਜਦ ਉਹ ਪ੍ਰੇ ਕਰਦਾ ਹੈ, ਜਦ ਉਹ ਰੱਬ ਨੂੰ ਕਹਿੰਦਾ ਹੈ ਕਿ ਤੂੰ ਮੇਰਾ ਕੰਮ ਕਰਾ, ਤੇ ਉਹ ਜਦ ਉਹ ਕਹਿੰਦਾ ਹੈ ਜਾਂ ਨਹੀਂ ਕਹਿੰਦਾ ਹੈ, ਜਾਂ ਰੱਬ ਉਸ ਦੇ ਮਨ ਦੀ ਸੁਣਦਾ ਹੈ, ਪਰ ਉਸ ਦੇ ਕੰਮ ਹੁੰਦੇ ਜਾ ਰਹੇ ਨੇ ਤੇ ਉਹ ਸਿਰਫ ਐਜ਼ ਐਨ ਇੰਸਟਰੂਮੈਂਟ ਉਸ ਚੀਜ਼ ਨੂੰ ਕਰ ਰਿਹਾ ਹੈ। ਐਂਡ ਹੀ ਨੋਜ਼ ਇਟ ਦੈਟ ਇਟ ਇਜ਼ ਨਾਟ ਹਿਮ ਹੂ ਇਜ਼ ਡੂਇੰਗ ਇਟ, ਕਿਉਂਕਿ ਈਗੋ ਛੱਡ ਚੁੱਕਿਆ। ਸੋ ਇਹਦਾ ਜਿਹੜੀ ਸਾਡੀ ਇਸ ਸਰੀਰ ਦੀ ਉਮਰ ਹੈ
ਉਹਦੇ ਨਾਲ ਕੋਈ ਸੰਬੰਧ ਨਹੀਂ ਹੈ, ਤੁਸੀਂ ਸੋਲ ਦੀ ਜਰਨੀ ਦੀ ਗੱਲ ਕਰ ਮੈਂ ਰਹੇ ਹੋ। ਸੋਲ ਦੀ ਜਰਨੀ ਦੀ ਗੱਲ ਕਰ ਰਿਹਾ ਹਾਂ। ਬਿਲਕੁਲ। ਤੇ ਇਹ ਕਿਉਂਕਿ ਸੋਲ ਸਟੇਜ਼, ਸੋਲ ਰਿਮੇਨਸ, ਕਿਉਂਕਿ ਐਵੋਲੂਸ਼ਨ ਦੇ ਪ੍ਰੋਸੈਸ ਦੀ ਤੁਸੀਂ ਗੱਲ ਕਰ ਰਹੇ ਹੋ। ਹਾਂਜੀ। ਬੋਡੀ ਤੇ ਚੋਗਾ ਹੈ, ਉਸਨੇ ਤੁਹਾਨੂੰ ਛੱਡਣਾ ਪੈਣਾ ਹੈ। ਦੇयर ਵੁੱਡ ਬੀ ਟਾਈਮ ਜਦ ਉਹ ਬੋਡੀ ਬਿਮਾਰ ਹੋ ਜਾਂਦੀ ਹੈ, ਬੂढ़ੀ ਹੋ ਜਾਂਦੀ ਹੈ, ਉਹ ਜਿਵੇਂ ਕਿ ਤੁਹਾਨੂੰ ਉਸਨੂੰ ਚੇਂਜ ਕਰਨਾ ਹੀ ਪਏਗਾ। ਐਂਡ ਦੈਟ ਇਜ਼ ਜਸਟ, ਉਹ ਸਿਰਫ ਉਹ ਐਂਡ ਨਹੀਂ ਹੈਗਾ ਤੁਹਾਡੀ ਜਰਨੀ ਦਾ, ਉਹ ਸਿਰਫ ਰੋਡ ਚੇਂਜ ਹੋ ਰਹੀ ਹੈ, ਉਹ ਸਿਰਫ ਡਾਇਰੈਕਸ਼ਨ ਚੇਂਜ ਹੋ ਰਹੀ ਹੈ। ਉਹ ਇੱਕ ਦਰਵਾਜ਼ਾ ਚੇਂਜ ਹੋ ਕੇ ਉਹ ਦੂਜੀ ਤਰਫ ਦਰਵਾਜ਼ਾ ਖੁੱਲ ਰਿਹਾ ਹੈਗਾ। ਸੁਧੀਰ ਜੀ, ਸਾਡੇ ਕੁਝ ਕਾਲਰਸ ਨੇ ਕਾਫੀ ਦੇਰ ਤੋਂ ਹੋਲਡ ਤੇ ਨੇ, ਆਪਾਂ ਉਹਨਾਂ ਨਾਲ ਗੱਲ ਕਰ ਲਈਏ। ਸ਼ੋਰ, ਨੋ ਪ੍ਰੋਬਲਮਸ। ਹਾਂਜੀ, ਮਹਿਕਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੈਸਟ ਸਪੀਕਰ ਨੂੰ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਦਾ ਸਵਾਲ ਸੀਗਾ ਜੀ, ਜਿਵੇਂ ਹੁਣ ਤੁਸੀਂ ਸੋਲ ਦੀ ਗੱਲ ਕਰ ਰਹੇ ਸੀਗੇ, ਤੇ ਮੇਰਾ ਸਵਾਲ ਸੀਗਾ ਕਿ ਵੀ ਸੋਲ ਦਾ ਜਿਹੜਾ ਜਿਹੜਾ ਤੁਸੀਂ ਕਿਵੇਂ ਸੋਲ ਬਾਰੇ ਗੱਲ ਕਰ ਰਹੇ ਹੋ ਕਿ ਵੀ ਉਹ ਇੱਕ ਸਰੀਰ ਨੂੰ ਛੱਡ ਕੇ ਦੂਜੇ ਚੱਲ ਜਾਂਦੀ ਹੈ, ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਵੀ ਜਿੰਨੇ ਵੀ ਸਾਰੇ ਲਿਵਿੰਗ ਔਰਗੈਨਿਜ਼ਮਸ ਨੇ, ਹੈ ਨਾ, ਇਕੱਲੇ ਹਿਊਮਨ ਬੀਇੰਗਸ ਨਹੀਂ, ਜਿਵੇਂ ਜਾਨਵਰ ਹੋ ਗਏ, ਡੌਗਸ, ਕੈਟਸ, ਇਹਨਾਂ 'ਚ ਵੀ ਸੋਲ ਹੁੰਦੀ ਆ, ਤੇ ਇਹ ਅੱਗੇ ਜਾਂਦੀ ਹੈ ਕਿ ਨਹੀਂ? ਤੇ ਸੋਲ ਵਾਲਾ ਤੇ ਤੁਸੀਂ ਕੌਨਸ਼ੀਅਸਨੈਸ ਬਾਰੇ ਗੱਲ ਕੀਤੀ, ਜੇ ਤੁਸੀਂ ਇਹ 2-3 ਚੀਜ਼ਾਂ ਡਿਫਾਈਨ ਕਰ ਸਕੋ ਜੀ, ਕੌਨਸ਼ੀਅਸਨੈਸ, ਸੋਲ, ਤੇ ਤੁਸੀਂ ਗੋਡ ਨੂੰ ਕਿਵੇਂ ਮਟੀਰੀਅਲਿਸਟਿਕ ਮੰਨਦੇ ਹੋ ਕਿ ਵੀ ਗੋਡ ਕਿਹੜੀ ਫਾਰਮ 'ਚ ਪ੍ਰੈਜ਼ੈਂਟ ਆ, ਤੇ ਉਹਦੇ ਬਾਰੇ ਦੱਸ ਸਕੋ ਜੀ। ਆਹੀ ਕੁਛ ਸਵਾਲ ਸੀ। ਤੁਸੀਂ ਬੜੀ ਸਾਰੀ ਡੂੰਘੀ ਗੱਲਾਂ ਮੇਰੇ ਕੋਲੋਂ ਪੁੱਛੀਆਂ ਨੇ। I'll try to answer as far as I can in the limit given. ਰੱਬ ਜਿਹੜਾ ਹੈ, ਅਗਰ ਤੁਸੀਂ ਰੱਬ ਦੀ ਨੂੰ ਡਿਫਾਈਨ ਕਰਨ ਨੂੰ ਮੈਨੂੰ ਕਹੋ, ਤੇ ਮੈਂ ਕਹਾਂਗਾ ਕਿ ਮੈਂ ਉਸਨੂੰ ਡਿਫਾਈਨ ਨਹੀਂ ਕਰ ਸਕਦਾ। ਬਿਕਾਜ਼ that which is unknown, that which is unknowable, ਉਹ ਚੀਜ਼ ਜਿਹੜਾ ਕਿ ਇੱਕ ਛੋਟਾ ਜਿਹਾ ਇਨਸਾਨ ਦਾ ਦਿਮਾਗ, ਇੰਨੀ ਵੱਡੀ ਐਗਜ਼ਿਸਟੈਂਸ, ਅਪਰੰਪਾਰ ਜਿਸ ਦੀ ਮਹਿਮਾ ਹੈਗੀ, ਉਹ ਛੋਟਾ ਜਿਹਾ ਦਿਮਾਗ ਕੀ ਉਸ ਬਾਰੇ ਦੱਸ ਹੀ ਸਕਦਾ ਹੈ? ਕੀ ਤੇ ਮੇਰੇ ਕੋਲ ਲਫ਼ਜ਼ ਹੋਣੇ ਨੇ, ਵਟ ਐਵਰ ਆਈ ਵੁੱਡ ਸੇ ਵੁੱਡ ਫਾਲ ਸ਼ੋਰਟ ਆਫ ਹਿਸ ਗਲੋਰੀ। ਪਰ ਉਹ ਤੁਹਾਡੇ ਅੰਦਰ ਹੈ, ਉਹ ਤੁਹਾਡੇ ਬਾਹਰ ਹੈ, ਉਹ ਤੁਹਾਡੇ ਹਰ ਇੱਕ ਕਣ ਦੇ ਵਿੱਚ ਹੈਗਾ, ਉਹ ਬਾਹਰ ਦੇ ਹਰ ਇੱਕ ਕਣ ਵਿੱਚ ਹੈਗਾ, ਉਹ ਤੁਹਾਡੀ ਜ਼ਿੰਦਗੀ 'ਚ ਹੈਗਾ, ਉਹ ਤੁਹਾਡੀ ਹਰ ਸਿਚੁਏਸ਼ਨ ਵਿੱਚ ਹੈਗਾ, ਉਹ ਤੁਹਾਨੂੰ ਸੰਭਾਲਣ ਵਾਲਾ ਹੈ, ਉਹ ਤੁਹਾਨੂੰ ਬਣਾਉਣ ਵਾਲਾ ਹੈ, ਉਹ ਤੁਹਾਨੂੰ ਕ੍ਰੀਏਟ ਕਰਨ ਵਾਲਾ ਹੈ, ਉਹ ਹੈ ਤੁਹਾਡੀ ਜ਼ਿੰਦਗੀ ਦਾ ਅੱਗੇ ਰਸਤਾ ਦੂਰ ਦੂਰ ਤੱਕ ਜਿਹੜਾ ਵੇਖ ਸਕਦਾ ਹੈ, ਜਿਹੜਾ ਕਿ ਤੁਸੀਂ ਤੇ ਸਿਰਫ ਅਸੀਂ ਬੜੇ ਸ਼ਾਰਟ ਸਾਈਟਡ ਹੈਗੇ ਹਾਂ ਐਜ਼ ਹਿਊਮਨਸ, ਇੱਥੋਂ ਬਸ ਅੱਗੇ ਤੱਕ ਹੀ ਵੇਖ ਸਕਦੇ ਹਾਂ। ਉਹ ਦੂਰ ਤੱਕ ਵੇਖੇਗਾ, ਉਹ ਅੱਗੇ ਇੱਕ ਉਹ ਕ੍ਰਾਸਿੰਗ ਆ ਰਹੀ ਹੈ, ਉਹ ਅੱਗੇ ਰੋਡ ਇੱਥੋਂ ਇੱਥੇ ਜਾ ਰਹੀ ਹੈ, ਉਹ ਅੱਗੋਂ ਫਿਰ ਇੱਥੇ ਜਾਏਗਾ। He goes far beyond even what you can think to set your path right. ਉਹ ਤੁਹਾਡੇ ਰਸਤੇ ਖੋਲ੍ਹਣ ਲਈ ਉਸਨੇ ਪਹਿਲਾਂ ਹੀ ਕੀ ਪ੍ਰੋਵੀਜ਼ਨ ਕੀਤਾ ਹੈ, ਉਹ ਤੁਹਾਨੂੰ ਆਪ ਨਹੀਂ ਪਤਾ, ਨਾ ਤੁਸੀਂ ਸਮਝ ਸਕਦੇ ਹੋ, ਨਾ ਮੈਂ ਸਮਝ ਸਕਦਾ, ਨਾ ਮੈਂ ਉਸਦਾ ਬਖਾਨ ਹੀ ਕਰ ਸਕਦਾ, ਇੰਨੀ ਉਹਦੀ ਮਹਿਮਾ ਹੈਗੀ। ਕੌਨਸ਼ੀਅਸਨੈਸ, ਬੋਡੀ ਜਿਹੜੀ ਹੈਗੀ ਉਹ ਹੈ ਸਰੀਰ, ਜਿਹੜਾ ਕਿ ਤੁਸੀਂ ਦੇਖ ਸਕਦੇ ਹੋ, ਜਿਹੜਾ ਕਿ ਤੁਸੀਂ ਟੱਚ ਕਰ ਸਕਦੇ ਹੋ, ਜਿਹਦੇ ਵਿੱਚ 5 ਤੱਤਵਾਂ ਦੇ ਨਾਲ ਉਹ ਬਣੀ ਹੋਈ ਹੈ, ਜਿਸ 'ਚ ਤੁਸੀਂ ਹਰ ਚੀਜ਼ ਨੂੰ ਐਕਸਪੀਰੀਅੰਸ ਕਰਨ ਦਾ ਤੁਹਾਨੂੰ ਅੱਖ, ਜੀਭ, ਨੱਕ, ਕੰਨ ਅਤੇ ਸਕਿਨ ਦੇ ਨਾਲ ਤੁਸੀਂ 5 ਸੈਂਸਿਸ ਦੇ ਨਾਲ ਉਸਨੂੰ ਸਮਝਦੇ ਹੋ, ਰਾਈਟ? ਕੌਨਸ਼ੀਅਸਨੈਸ ਹੈਗੀ ਜਿਹੜੀ ਕਿ ਡੀਪ ਡਾਊਨ ਤੁਹਾਡੇ ਅੰਦਰ ਰੱਬ ਦਾ ਕਣ ਹੈਗਾ, ਜਿਸ ਦੇ ਨਾਲ ਤੁਸੀਂ ਯੂ ਆਰ ਦ ਵਾਚਰ ਆਫ ਯੋਰ ਸੈਲਫ, ਤੁਸੀਂ ਆਪਣੇ ਆਪ ਨੂੰ ਵੇਖ ਰਹੇ ਹੋ, ਆਪਣੇ ਆਪ ਨੂੰ ਸਮਝ ਰਹੇ ਹੋ। ਤੁਸੀਂ ਉਹ ਹੋ ਨਹੀਂ, ਤੁਸੀਂ ਨਾ ਸਿਰਫ ਆਪਣੀ ਬਾਡੀ ਹੋ, ਤੁਸੀਂ ਆਪਣੀ ਕੌਨਸ਼ੀਅਸਨੈਸ ਵੀ ਹੋ। ਨਾ ਸਿਰਫ ਤੁਸੀਂ ਕੌਨਸ਼ੀਅਸਨੈਸ ਹੋ, ਤੁਸੀਂ ਆਪਣੀ ਬਾਡੀ ਵੀ ਹੋ, ਕਿਉਂਕਿ ਬਿਨਾਂ ਬਾਡੀ ਦੇ ਤੁਸੀਂ ਕੁਝ ਵੀ ਐਕਸਪੀਰੀਅੰਸ ਨਹੀਂ ਕਰ ਸਕਦੇ।
ਸੋ ਬਾਡੀ ਤੁਹਾਨੂੰ ਇੱਕ ਰਸਤਾ ਦਿੱਤਾ ਗਿਆ ਹੈ ਕਿ ਤੁਸੀਂ ਐਕਸਪੀਰੀਅੰਸ ਕਰ ਸਕੋ ਇਹ ਲਾਈਫ ਨੂੰ ਜਿਹੜੀ ਰੱਬ ਨੇ ਤੁਹਾਨੂੰ ਐਜ਼ ਗਿਫਟ ਦਿੱਤੀ ਹੈਗੀ। ਇਨਸਾਨ ਦੇ ਤੌਰ 'ਤੇ ਇਸ ਤੋਂ ਜ਼ਿਆਦਾ ਮੈਂ ਕੁਝ ਕਹਿ ਨਹੀਂ ਸਕਦਾ, ਕਿਉਂਕਿ ਕਹਿਣ ਦੇ ਵਿੱਚ ਉਹ ਰੱਬ ਦੀ ਮੈਂ ਉਸ ਨੂੰ ਬੜਾ ਹੀ ਲਿਮਿਟ ਕਰ ਰਿਹਾ ਹੈਗਾ। ਉਹ ਜਿਹੜਾ ਕਿ ਜਿਸ ਦਾ ਕੋਈ ਬਾਰਡਰਸ ਨਹੀਂ ਹੈਗੇ ਨੇ, ਮੈਂ ਉਸ ਨੂੰ ਕਿਸੇ ਵੀ ਤਰ੍ਹਾਂ ਬਾਕਸ ਦੇ ਵਿੱਚ ਪਾ ਨਹੀਂ ਪਾਵਾਂਗਾ। ਸੋ ਮੈਨੂੰ ਲੱਗਦਾ ਸੁਧੀਰ ਜੀ ਇਹ ਕੌਨਸ਼ੀਅਸਨੈਸ ਤੇ ਸੋਲ ਦਾ ਜਿਹੜਾ ਸ਼ਾਇਦ ਫਰਕ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ। ਕੌਨਸ਼ੀਅਸਨੈਸ ਅਕਸਰ ਆਪਾਂ ਪੰਜਾਬੀ ਹਿੰਦੀ 'ਚ ਮੇਰੇ ਖਿਆਲ ਅੰਤਰ-ਆਤਮਾ ਕਹਿ ਦਿੰਦੇ ਹਾਂ, ਰਾਈਟ? ਐਂਡ ਜਦੋਂ ਸੋਲ ਆਪਾਂ ਕਹਿੰਦੇ ਹਾਂ ਉਦੋਂ ਆਪਾਂ ਆਤਮਾ ਦੀ ਗੱਲ ਕਰਦੇ ਹਾਂ। ਪ੍ਰੀਟੀ ਮੱਚ ਅਸੀਂ ਉਸ ਚੀਜ਼ ਨੂੰ ਇੰਟਰਚੇਂਜੇਬਲੀ ਯੂਜ਼ ਕਰਦੇ ਹਾਂ ਤੇ ਇਟਸ ਓਕੇ, ਇਟਸ ਐਬਸੋਲੂਟਲੀ ਓਕੇ। ਕਿਉਂਕਿ ਸਮਝਣ ਦੀ ਗੱਲ ਹੈ ਕਿ ਮੈਂ ਕਿਸ ਬਾਰੇ ਮੈਂ ਪੁਆਇੰਟ ਕਰਨਾ ਮੰਗਦਾ ਹਾਂ, ਰਾਈਟ? ਅਤੇ ਉਸ ਚੀਜ਼ ਨੂੰ ਸਮਝਣ ਲਈ ਇਸ ਤਰ੍ਹਾਂ ਦੀ ਅਸੀਂ ਸ਼ਬਦਾਵਲੀ ਯੂਜ਼ ਕਰਦੇ ਹੈਗੇ ਹਾਂ। ਅਤੇ ਓਬਵੀਅਸਲੀ ਜਿਹੜੀ ਸਾਡੇ ਵਰਡਸ ਹੈਗੇ ਨੇ ਉਹ ਲਿਮਿਟਡ ਹੈਗੇ ਨੇ ਇਨ ਦ ਸੈਂਸ ਡਿਪੈਂਡਿੰਗ ਔਨ ਵਿਚ ਲੈਂਗੁਏਜ ਵੀ ਆਰ, ਅਤੇ ਉਹ ਉਸ ਚੀਜ਼ ਨੂੰ ਲਿਮਿਟ ਕਰ ਦਿੰਦਾ ਹੈ, ਉਸ ਐਕਸਪੀਰੀਅੰਸ ਨੂੰ ਲਿਮਿਟ ਕਰ ਦਿੰਦਾ ਹੈ। ਅਤੇ ਜਦ ਵੀ ਮੈਂ ਕੁਝ ਕਹਿ ਦੇਣਾ ਹੈ ਉਹ ਤੁਸੀਂ ਇੰਟਰਪ੍ਰੈਟ ਕਰਨਾ ਹੈਗਾ, ਅਤੇ ਤੁਸੀਂ ਜਿਹੜਾ ਇੰਟਰਪ੍ਰੈਟ ਕਰੋਗੇ ਉਸ ਵਿੱਚ ਤੁਹਾਡਾ ਪਾਸਟ ਇਨਕਲੂਡਡ ਹੈ, ਤੁਹਾਡੀ ਪਰਸੈਪਸ਼ਨਸ ਇਨਕਲੂਡਡ ਹੈਗੀ। ਦ ਮੋਮੈਂਟ ਅ ਟਰੂਥ ਇਜ਼ ਅਟਰਡ ਇਟ ਹੈਜ਼ ਬੀਨ ਫਾਲਸੀਫਾਈਡ, ਉਸੀ ਟਾਈਮ ਹੀ ਉਹ ਸੱਚ ਝੂਠ ਹੋ ਜਾਂਦਾ ਹੈ। ਉਸ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਸਿਰਫ ਐਕਸਪੀਰੀਅੰਸ ਕੀਤਾ ਜਾ ਸਕਦਾ। ਅਤੇ ਤੁਸੀਂ ਆਪਣੇ ਐਕਸਪੀਰੀਅੰਸ ਦੀ ਅੱਖਾਂ ਹੋਰ ਖੋਲ੍ਹੋ, ਤੁਸੀਂ ਆਪ ਹੀ ਜਾਣਦੇ ਹੋ ਕਿ ਤੁਸੀਂ ਕੀ ਪੁੱਛ ਰਹੇ ਹੋ, ਅਤੇ ਤੁਹਾਨੂੰ ਉਸ ਚੀਜ਼ ਦਾ ਆਪ ਹੋਰ ਐਕਸਪੀਰੀਅੰਸ ਹੋਏਗਾ, ਡੂੰਘਾ ਐਕਸਪੀਰੀਅੰਸ ਹੋਏਗਾ। ਸੁਧੀਰ ਜੀ ਹੁਣ ਕਿਉਂਕਿ ਆਪਣੇ ਕੋਲ ਤਕਰੀਬਨ ਅੱਧਾ ਕੁ ਘੰਟਾ ਹੀ ਸਮਾਂ ਬਾਕੀ ਰਹਿ ਗਿਆ, ਵਿੱਚ ਕਮਰਸ਼ੀਅਲ ਬ੍ਰੇਕ ਆਉਣੀ ਆ, ਖਬਰਾਂ ਆਉਣੀਆਂ। ਮੈਂ ਚਾਹੁੰਦੀ ਹਾਂ ਕਿ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਆਪਾਂ ਉੱਧਰ ਨੂੰ ਆਪਾਂ ਵਾਪਸ ਉੱਧਰ ਵੱਲ ਨੂੰ ਆਈਏ ਕਿ ਜੋ ਕੁਝ ਕਰਨਾ ਹੈ ਅਸੀਂ ਉਹ ਆਪਾਂ ਫੁੱਲੀ ਕਰਨਾ ਹੈ। ਜਿਹੜੇ ਸਾਡੇ ਸੁਣਨ ਵਾਲੇ ਇਸ ਵੇਲੇ ਸੁਣ ਰਹੇ ਨੇ ਉਹ ਕਾਫੀ ਉਹਨਾਂ ਨੇ ਤੁਹਾਡੇ ਜਿਹੜੇ ਡੀਪਰ ਕੌਨਸੈਪਟਸ ਆ ਉਹਨਾਂ ਬਾਰੇ ਵੀ ਗੱਲਬਾਤ ਸੁਣੀ ਆ। ਹੁਣ ਸਮੱਸਿਆ ਇੱਕ ਸਧਾਰਨ ਜਿਹੇ ਇਨਸਾਨ ਦੀ ਇਹੀ ਆ ਜਾਂਦੀ ਹੈ ਕਿ ਭਾਈ ਫੋਕਸ ਕਰ ਨਹੀਂ ਹੁੰਦਾ, ਅਟੈਂਸ਼ਨ ਪੇ ਨਹੀਂ ਕਰ ਹੁੰਦੀ, ਕੀਤਾ ਜਾਵੇ ਤਾਂ ਕੀ ਕੀਤਾ ਜਾਵੇ, ਉਹ ਬੈਲੈਂਸ ਕਿੱਦਾਂ ਬਣਾਇਆ ਜਾਵੇ? ਐਗਜ਼ੈਕਟਲੀ। ਮੈਂ ਇਹ ਪ੍ਰੋਬਲਮ ਨੂੰ ਬਿਲਕੁਲ ਜੈਨੂਇਨ ਕਹਾਂਗਾ। ਅੱਜ ਦੇ ਦਿਨ ਵਿੱਚ ਜਿਸ ਤਰ੍ਹਾਂ ਦਾ ਮੀਡੀਆ ਨੇ ਸਾਨੂੰ ਹਾਈਜੈਕ ਕੀਤਾ ਹੋਇਆ ਹੈਗਾ, ਉਸ ਵਿੱਚ ਕੋਈ ਵੀ ਅਨਅਵੇਅਰ ਨਹੀਂ ਹੈਗਾ। ਐਵਰੀਵਨ ਤੁਸੀਂ ਵੇਖੋ, ਅਸੀਂ ਇੱਕ ਸੈਕਿੰਡ ਲਈ ਵੀ ਖਾਲੀ ਬੈਠਣਾ ਸਾਨੂੰ ਪਤਾ ਨਹੀਂ ਕਿ ਉਹ ਖਾਲੀ 1 ਮਿੰਟ ਵੀ ਅਸੀਂ ਕਿੱਦਾਂ ਯੂਜ਼ ਕਰ ਲਈਏ। ਰਾਈਟ ਅਵੇ ਵੀ ਈਦਰ ਟਰਨ ਔਨ some TV or any music or any radio or any Facebook, Twitter ਜਾਂ ਫੋਨ ਲੈ ਲੈਂਦੇ ਹਾਂ। ਅਤੇ ਓਬਵੀਅਸਲੀ ਜਿਸ ਤਰੀਕੇ ਦੇ ਨਾਲ ਰਾਈਟ ਨਾਓ ਦ ਸਟੇਟ ਆਫ ਹਿਊਮੈਨਿਟੀ ਇਜ਼ ਕਿ ਉਹ ਚੀਜ਼ ਦ ਅਟੈਂਸ਼ਨ ਸਪੈਨ ਜਿਹੜਾ ਹੈਗਾ ਸਾਡਾ ਬਹੁਤ ਲਿਮਿਟਡ ਹੈਗਾ। ਅਤੇ ਜਦ ਕਿ ਇਸ ਚੀਜ਼ ਨੂੰ ਕਰਨ ਲਈ ਅਵੇਅਰਨੈਸ ਦੀ ਲੋੜ ਹੈਗੀ। ਕੋਈ ਵੀ ਕੰਮ ਅਗਰ ਮੈਂ ਤੁਹਾਡਾ ਧਿਆਨ ਇੱਕ ਚੀਜ਼ ਵੱਲ ਦਿਲਾ ਰਿਹਾ ਹੈਗਾ ਅਤੇ ਅਗਰ ਤੁਸੀਂ ਉਸ ਵੱਲ ਧਿਆਨ ਦੇ ਪਾ ਰਹੇ ਹੋ ਤਾਂ ਹੀ ਉਹ ਜੋ ਚੀਜ਼ ਮੈਂ ਕਹਿ ਰਿਹਾ ਸ਼ਾਇਦ ਉਸ ਦਾ ਤੁਹਾਨੂੰ 1% ਵੀ ਫਾਇਦਾ ਹੋਵੇਗਾ। ਅਤੇ ਅਗਰ 1% ਵੀ ਫਾਇਦਾ ਹੋ ਗਿਆ ਤਾਂ ਮੈਂ ਕਹਾਂਗਾ ਕਿ ਮੇਰੀ ਤਾਂ ਜ਼ਿੰਦਗੀ ਸਫਲ ਕਰ ਦਿੱਤੀ ਤੁਸੀਂ। ਪਰ ਕੀ ਕਰੀਏ? ਡਿਸਟਰੈਕਸ਼ਨਸ ਤਾਂ ਕੀ ਕਰੀਏ? ਡਿਸਟਰੈਕਸ਼ਨਸ ਆਰ ਦੇਅਰ, ਡਿਸਟਰੈਕਸ਼ਨਸ ਸਰਟਨਲੀ ਆਰ ਦੇਅਰ। ਪਰ ਮੈਂ ਸਟਿਲ ਇਹ ਕਹਾਂਗਾ ਅਗੇਨ ਬਾਏ ਐਗਜ਼ਾਮਪਲਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਐਕਸਟ੍ਰੀਮਸ ਨੂੰ ਅਵੋਇਡ ਕਰਨਾ ਹੈਗਾ consciously. Extreme would mean neither be indulgent nor be repressive, ਹੈ ਨਾ? ਅਸੀਂ ਕਦੀ ਬਹੁਤ ਜ਼ਿਆਦਾ ਇੱਥੇ ਹੋ ਜਾਂਦੇ ਨੇ, ਮੀਡੀਆ ਹੈ ਅਤੇ ਬਸ ਮੀਡੀਆ ਵੱਲ ਹੀ ਹੈਗੇ ਨੇ ਕੰਪਲੀਟਲੀ ਇੰਡਲਜੈਂਟ, ਰਾਈਟ? ਜਾਂ ਸਾਡੇ ਪੇਰੈਂਟਸ ਮਨਾ ਕਰਦੇ ਨੇ, ਅਸੀਂ ਬੱਚਿਆਂ ਲਈ ਬਿਲਕੁਲ ਹੀ ਰੋਕ ਲਾ ਦਿੰਦੇ ਨਾ ਵੀ ਤੂੰ ਹੁਣ ਫੋਨ ਚੱਕਣਾ ਨਹੀਂ ਹੈ, ਉਹ ਫੋਨ ਉੱਥੇ ਹੀ ਪਿਆ, ਰਿਪਰੈਸਿਵ।
Yeah. Now the repression, whatever you repress, now repression ਦੀ ਇੱਕ big problem ਹੈਗੀ. Whatever is repressed, it goes to your subconscious mind. Whatever you repress, obviously ਘਰ ਉੱਤੇ ਹੈਗਾ, ਤੁਸੀਂ repress ਕਰਕੇ ਉਸ ਚੀਜ਼ ਨੂੰ basement 'ਚ ਦਫਨ ਕਰ ਦਿੱਤਾ. Yeah. ਹੁਣ ਉਹ ਚੀਜ਼ ਨੂੰ ਉੱਠ ਕੇ ਆਉਣਾ ਹੈਗਾ. Now when it comes back with vengeance. ਤੁਸੀਂ ਬੱਚਿਆਂ ਨੂੰ ਇਹ ਵੀ ਨਹੀਂ ਕਹਿ ਸਕਦੇ, ਜਾਂ obviously ਮੈਂ ਬੱਚਿਆਂ ਦਾ ਕੇਸ ਲੈ ਰਿਹਾ, but obviously even all the adults, Yeah. ਅਸੀਂ fully addicted ਹੈਗੇ ਹਾਂ ਅੱਜ ਦੇ ਦਿਨ 'ਚ ਇਹ ਮੀਡੀਆ ਤੋਂ ਤੇ ਇਸ ਚੀਜ਼ਾਂ ਤੋਂ, ਜਿਸ ਕਾਰਨ ਸਾਡਾ attention span ਇੰਨਾ low ਹੈਗਾ, right? ਪਰ once you become attentive, once you understand, now understanding is the key. ਕਿਸੇ ਵੀ ਚੀਜ਼ ਨੂੰ ਸੋਲਵ ਕਰਨ ਲਈ ਉਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈਗਾ. ਸਮਝਣਾ. When you dance, let dancer and dance become one. When you sing, let singer and song become one. When you pray, let devotee and deity become one. Beautiful. Let him and thou become one. ਇੱਕ ਹੋ ਜਾਓ, ਲੀਨ ਹੋ ਜਾਓ. Let there be no seeker and no sought. Let there be no doer and no deed. ਇੱਕ ਹੀ ਹੋ ਗਏ. ਇੰਨੇ ਲੀਨ ਹੋ ਜਾਓ, ਇੰਨੇ ਮਸਤ ਹੋ ਜਾਓ, ਇੰਨੇ ਮਗਨ ਹੋ ਜਾਓ, ਇੰਨੇ ਮੈਲਟ ਐਂਡ ਮਰਜ ਹੋ ਜਾਓ ਉਸ ਕੰਮ ਨੂੰ ਕਰਨ ਲਈ ਉਸ ਮੋਮੈਂਟ 'ਚ. Now ਮੇਰੇ ਕੋਲ 1000 ਕੰਮ ਅੱਜ ਦੇ ਦਿਨ 'ਚ ਕਰਨ 'ਚ ਹੋ ਸਕਦੇ ਨੇ, but when I am doing one thing, I am doing that thing alone, completely, in that very moment. At least ਇਹ ਕਰ ਸਕਦੇ ਹਾਂ, right? ਜਿਹੜਾ ਫੋਕਸ ਹੈ, now this concentration ਔਰ ਜਿਹੜਾ ਫੋਕਸ ਹੈਗਾ, ਉਹ ਹੈਗੀ ਮੇਨ ਫੋਰਸ ਜਿਹੜੀ ਕਿ ਤੁਹਾਡੇ ਐਨਰਜੀ ਨੂੰ ਫਲੋ ਕਰਦੀ ਹੈ ਤੇ ਜਿਹੜੀ ਉਸ ਚੀਜ਼ ਨੂੰ ਅੱਗੇ ਵਧਾਉਣ ਲਈ ਤੁਹਾਡੇ ਲਈ, ਜਾਂ ਜੋ ਵੀ ਚੀਜ਼ ਤੁਸੀਂ ਕਰ ਰਹੇ ਹੋ ਉਸ ਨੂੰ ਕੰਪਲੀਟ ਫਿਨਿਸ਼ ਐਂਡ ਤੱਕ ਲੈ ਕੇ ਜਾਏਗੀ. ਜੀ. ਉਹ ਜਦ ਚੀਜ਼ ਤੁਸੀਂ ਕੰਪਲੀਟ ਕਰੋਗੇ, that gives you fulfillment. Then you don't need to look back. Then there are no traces. Then there is no hangover ਕਿ ਮੈਂ ਇੱਕ ਕੰਮ ਕੰਪਲੀਟ ਕਰਨਾ. ਅੱਜ ਦੇ ਦਿਨ ਦੀ ਹਾਲਤ ਦੇਖੋ ਤੁਸੀਂ ਕੀ ਹੋਈ ਪਈ ਹੈ. ਇੱਕ ਕੰਮ ਕੀਤਾ, ਅੱਧਾ ਛੱਡ ਦਿੱਤਾ. ਦੂਜਾ ਕੀਤਾ, ਉਸ ਨੂੰ ਅੱਧਾ ਛੱਡ ਦਿੱਤਾ. ਉਹ ਹਾਲੇ ਕੰਪਲੀਟ ਹੀ ਨਹੀਂ ਹੋਇਆ, ਤੀਜਾ ਸ਼ੁਰੂ ਹੋ ਗਿਆ, ਫਿਰ ਅਗਲਾ ਸ਼ੁਰੂ ਹੋ ਗਿਆ. And we become junkyards of all the incomplete tasks. ਕਿਉਂਕਿ ਮਾਈਂਡ ਜਿਹੜਾ ਹੈ, ਮਾਈਂਡ is a cumulative past of incomplete works. ਜੀ. ਜਿਹੜੇ ਅੜਿੱਕੇ ਸੀ, ਪਹਿਲਾਂ ਆਬਸਟੀਕਲਸ ਦੀ ਆਪਾਂ ਗੱਲ ਕੀਤੀ ਸੀ ਕਿ ਕਈ ਵਾਰ ਸਾਡੇ ਆਪਣੇ ਹੀ ਮਨ ਦੇ ਜਿਹੜੇ ਅੜਿੱਕੇ ਹੁੰਦੇ ਆ, ਉਹਨਾਂ ਕਰਕੇ ਅਸੀਂ ਕੁਝ ਵੀ ਜਦੋਂ ਕਰਨਾ ਹੁੰਦਾ ਉਹ ਪੋਸੀਬਲ ਨਹੀਂ ਸਾਡੇ ਲਈ ਹੁੰਦਾ ਕਿ ਆਪਾਂ ਅੱਗੇ ਵੱਧ ਸਕੀਏ. ਅਸੀਂ ਆਪਣੇ ਆਪ ਨੂੰ ਸਟਕ ਕਰ ਲੈਂਦੇ ਹਾਂ ਕਈ ਵਾਰ ਉਹਨਾਂ ਸਿਚੁਏਸ਼ਨਸ ਦੇ ਵਿੱਚ ਜਿਹਦੇ ਵਿੱਚ ਤੁਸੀਂ ਰਿਜ਼ੈਂਟਮੈਂਟ ਦੀ ਗੱਲ ਕੀਤੀ ਹੈ, ਜਾਂ ਰੈਜ਼ਿਸਟੈਂਸ ਦੀ ਗੱਲ ਕੀਤੀ ਆ, ਗਿਲਟ ਦੀ ਗੱਲ ਹੋਈ ਹੈ, ਸੈਲਫ ਪਿਟੀ ਦੀ ਗੱਲ ਹੋਈ ਹੈ. ਪਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਪਾਰ ਕਿਵੇਂ ਕਰਨਾ, ਕਿੱਦਾਂ ਜਿਹੜਾ ਵੀ ਕੰਮ ਕਰਨਾ ਉਹਦੇ 'ਤੇ ਆਪਾਂ ਫੁੱਲੀ ਫੋਕਸ ਕਰ ਸਕੀਏ. ਕੁਝ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਅੱਜ ਕੱਲ੍ਹ ਬਹੁਤ ਜ਼ਿਆਦਾ ਗੈਜਟਸ 'ਤੇ ਜਾਂ ਮੀਡੀਆ ਦੇ ਪ੍ਰਭਾਵ ਹੇਠਾਂ ਹੈਗੇ ਹਾਂ. ਹਰ ਵੇਲੇ ਸਾਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ. ਇੱਥੇ ਤੱਕ ਕਿ ਚਲੋ ਕਿਸੇ ਕੰਮ 'ਤੇ ਫੋਕਸ ਤਾਂ ਕੀ ਕਰਨਾ, ਅਸੀਂ ਆਪਣੇ ਮਨ 'ਤੇ ਵੀ ਕੁਝ ਫੋਕਸ ਸਾਡਾ ਨਹੀਂ ਹੋ ਰਿਹਾ ਹੁੰਦਾ. ਹਾਊ ਵੁੱਡ ਯੂ ਡੀਲ ਵਿਦ ਦੈਟ? ਗੱਲ ਕੰਪਲੀਟਲੀ ਹੋ ਜਾਂਦੀ ਹੈ ਅਟੈਂਸ਼ਨ ਦੀ. ਅਟੈਂਸ਼ਨ ਤਾਂ ਹੋ ਸਕਦੀ ਹੈ ਜਦ ਇੰਟੈਂਸ਼ਨ ਹੋਵੇ. ਅਟੈਂਸ਼ਨ ਐਂਡ ਇੰਟੈਂਸ਼ਨ ਦੇ ਆਰ ਬੋਥ ਪੋਜ਼ਿਟਿਵਲੀ ਕੋਰਿਲੇਟਡ. ਜੀ. ਜਿਸ ਚੀਜ਼ 'ਤੇ ਤੁਸੀਂ ਅਟੈਂਸ਼ਨ ਕਰੋਗੇ ਤੁਹਾਡੀ ਇੰਟੈਂਸ਼ਨ ਵੀ ਉਸ ਤਰਫ ਹੋ ਜਾਏਗੀ. ਜਦ ਇੰਟੈਂਸ਼ਨ ਕਰੋਗੇ ਤਾਂ ਅਟੈਂਸ਼ਨ ਵੀ ਹੋ ਜਾਵੇਗੀ. ਅਤੇ ਤੁਸੀਂ ਜੋ ਵੀ ਚੀਜ਼ ਕਰਨਾ ਮੰਗਦੇ ਹੋ, ਮੈਂ ਤੁਹਾਨੂੰ ਕਹਾਂਗਾ ਉਸ ਨੂੰ ਪੂਰੀ ਤਰ੍ਹਾਂ ਕਰੋ. ਬਿਕੋਜ਼ lukewarm water does not evaporate. ਉਸ ਨੂੰ 100 ਡਿਗਰੀ ਸੈਲਸੀਅਸ 'ਤੇ ਪਹੁੰਚਣਾ ਪਏਗਾ ਤਾਂ ਹੀ ਉਹ ਇਵੈਪੋਰੇਟ ਕਰੇਗਾ. ਅਤੇ ਜਦ ਮੈਂ ਕਹਾਂਗਾ ਕੋਈ ਵੀ ਕੰਮ ਤੁਸੀਂ ਲੂਕਵਾਰਮ ਹੋ ਕੇ ਨਾ ਕਰੋ, ਪੂਰੀ ਫੁੱਲ ਹੀਟ 'ਚ ਕਰੋ,
ਪੂਰੀ ਤਾਕਤ ਦੇ ਨਾਲ ਕਰੋ, ਪੂਰੀ ਸਮਝ ਦੇ ਨਾਲ ਕਰੋ, ਪੂਰੀ ਅਵੇਅਰਨੈਸ ਦੇ ਨਾਲ ਕਰੋ। I would say become one with what you do. So let there be no doer and no deed, no seeker and no sought. ਇੱਕ ਹੋ ਜਾਓ ਉਸ ਚੀਜ਼ ਦੇ ਨਾਲ, ਤੇ ਤਾਂ ਤੁਸੀਂ ਵੇਖੋਗੇ ਕਿ ਉਹ ਜਿਹੜਾ ਡਾਂਸ ਤੁਸੀਂ ਕ੍ਰੀਏਟ ਕਰਦੇ ਹੋ ਆਪਣੀ ਲਾਈਫ ਦੇ ਨਾਲ, ਉਹ ਉਸ ਦਾ ਕਿੰਨਾ ਤੁਹਾਨੂੰ ਮਜ਼ਾ ਆਉਂਦਾ ਹੈਗਾ। ਚੀਜ਼ ਹੈਗੀ ਉਸ ਚੀਜ਼ ਵਿੱਚ ਲੀਨ ਹੋ ਜਾਣ ਦੀ, ਚੀਜ਼ ਹੈਗੀ ਤੁਸੀਂ ਜੋ ਵੀ ਕਰੋ ਉਸਨੂੰ ਫੁੱਲ ਫੋਕਸ ਦੇ ਨਾਲ ਕਰੋ। ਇਹ ਹੀ ਬੋਟਮ ਲਾਈਨ ਹੈਗੀ ਅਸਲ Okay. ਵਿੱਚ। ਹੁਣ ਬਹੁਤ ਸਾਰੀਆਂ ਸਾਡੇ ਕੋਲ ਇਹੋ ਜਿਹੀਆਂ ਐਗਜ਼ਾਮਪਲਸ ਹੁੰਦੀਆਂ ਡੇਲੀ ਬੇਸਿਸ 'ਤੇ ਕਿ ਅਸੀਂ ਆਪਣਾ ਪੂਰੀ ਫੁੱਲ ਅਟੈਂਟਿਵ ਹੋ ਕੇ ਕੋਈ ਕੰਮ ਕਰ ਰਹੇ ਹਾਂ, ਆਪਣਾ 100% ਡੈਡੀਕੇਸ਼ਨ ਪਾ ਦਿੱਤੀ ਹੈ। ਅਲਟੀਮੇਟਲੀ ਕੀ ਹੁੰਦਾ ਕਿ ਉਹ ਕੰਮ ਹੋਇਆ ਨਹੀਂ, ਫੇਲ ਹੋ ਗਏ, ਅਸਫਲ ਹੋ ਗਏ ਅਸੀਂ। ਉਹ ਦੌਰ ਸ਼ੁਰੂ ਹੁੰਦਾ ਜਿਸ ਵੇਲੇ ਨਿਰਾਸ਼ਾ ਦਾ ਦੌਰ ਹੈ ਜਾਂ ਡਿਪਰੈਸ਼ਨ ਕਹਿ ਲਓ, ਕਿ ਵੀ ਇਸ ਤੋਂ ਵੱਧ ਮੈਂ ਹੋਰ ਕੀ ਕਰ ਸਕਦਾ ਸੀ, ਮੈਂ ਤਾਂ ਫੁੱਲੀ ਅਟੈਂਟਿਵ ਹੋ ਕੇ ਕੀਤਾ, ਮੇਰੇ ਕੋਲੋਂ ਇਹ ਕੰਮ ਤਾਂ ਵੀ ਨਹੀਂ ਹੋਇਆ। ਉਦੋਂ ਕੀ ਕਰੇ ਫਿਰ ਕੋਈ? ਲੁੱਕ, ਗੀਤਾ ਦੇ ਵਿੱਚ ਕਿਹਾ ਗਿਆ ਹੈ ਕਿ ਤੂੰ ਕੰਮ ਕਰ ਤੇ ਤੂੰ ਉਸਦੇ ਰਿਜ਼ਲਟ ਦੀ ਚਿੰਤਾ ਨਾ ਕਰ। ਕਹਿਣਾ ਬੜਾ ਆਸਾਨ ਹੈ, ਬਿਲਕੁਲ ਰਾਈਟ? ਜਦ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਸੀਂ ਕਰ ਹੀ ਇਸ ਵਾਸਤੇ ਰਹੋ ਕਿ ਤੁਹਾਨੂੰ ਉਸ ਵਿੱਚ ਸਕਸੈਸ ਮਿਲੇ। ਟਰੂ। ਕਿਉਂਕਿ ਉਹ ਹੋਏਗਾ ਤੇ ਫਿਰ ਤੁਸੀਂ ਉਸ ਦੇ ਅੱਗੇ ਆਲਰੇਡੀ ਲਾਈਨ ਅਪ ਕੀਤਾ ਹੋਇਆ ਕਿ ਮੈਂ ਕੀ ਕਰਾਂਗਾ, ਰਾਈਟ? ਬਟ that is what is to be understood. Heaven is the way to heaven. Has he not said, I am the way? ਗੋਲ ਤੇ ਇੰਨਾ ਜ਼ਿਆਦਾ ਫੋਕਸ ਕਿ ਜਦ ਉਹ ਗੋਲ ਨਹੀਂ ਹੁੰਦਾ ਅਕੰਪਲਿਸ਼ ਤੇ ਤੁਸੀਂ ਫੁੱਲੀ ਸ਼ੈਟਰ ਹੋ ਜਾਂਦੇ ਹੋ। ਬਿਲਕੁਲ। ਲਾਈਫ ਦੇ ਜਿਹੜੀ ਅਚੀਵਮੈਂਟ ਹੈ, ਜਿਹੜਾ ਫਿਊਚਰ ਹੈ, ਜਿਹੜੀ ਅਕੰਪਲਿਸ਼ਮੈਂਟ ਤੁਸੀਂ ਕਰਨਾ ਮੰਗਦੇ ਹੋ, ਉਸ 'ਤੇ ਇੰਨਾ ਜ਼ਿਆਦਾ ਤੁਹਾਡਾ ਫੋਕਸ ਹੈ ਕਿ ਪ੍ਰੈਜ਼ੈਂਟ ਤੇ ਮੈਟਰ ਹੀ ਨਹੀਂ ਕਰਦਾ ਤੁਹਾਨੂੰ। ਮੈਂ ਜੀ ਲਵਾਂਗਾ ਜਦ ਉਹ ਹੋ ਜਾਵੇਗਾ, ਰਾਈਟ? ਲੈਟ ਮੀ ਕੰਪਲੀਟ ਮਾਈ ਪੋਸਟ ਗ੍ਰੈਜੂਏਸ਼ਨ, ਦੈਨ ਆਈ ਵਿਲ ਸੀ ਵਟ ਟੂ ਡੂ। ਅਭੀ ਤਾਂ ਮੈਂ ਇਹੀ ਕਰ ਲਵਾਂ, ਜਿਹੜਾ ਕਰਦਾ ਪਿਆ ਉਹੀ ਕਰ ਲਵਾਂ, ਕਿਵੇਂ ਵੀ ਕਰ ਲਵਾਂ, ਮੈਨੂੰ ਕੁਝ ਨਹੀਂ ਫਰਕ ਪੈਂਦਾ, ਰਾਈਟ? ਜੀ। ਇਸ ਤਰ੍ਹਾਂ ਦੀ ਤੇ ਸਾਡੀ ਹਿਊਮੈਨਿਟੀ ਦੀ ਹਾਲਤ ਹੈਗੀ ਕਿ ਅਸੀਂ ਸਮਝਣ ਦੀ ਇਹ ਗੱਲ ਹੈ ਕਿ there are no little things in life. There are no small things in life. Small things become big, become great when we are fully attentive. ਜਦੋਂ ਛੋਟੀ ਜਿਹੀ ਚੀਜ਼ ਜਿਸ 'ਚ ਤੁਸੀਂ ਪੂਰੀ ਆਪਣੀ ਅਟੈਂਸ਼ਨ ਪਾ ਦਿਓਗੇ ਤਾਂ ਤੁਸੀਂ ਉਸ ਚੀਜ਼ ਨੂੰ ਕਰ ਪਾ ਰਹੇ ਹੋ। Now do not be too much worried about ਉਸ ਦਾ ਰਿਜ਼ਲਟ ਕੀ ਹੋਣਾ ਹੈ ਤੇ ਕਿੱਦਾਂ ਹੋਣਾ ਹੈ, ਕਿਉਂਕਿ ਉਹ ਇਨ ਐਨੀ ਕੇਸ ਤੁਸੀਂ ਕੰਟਰੋਲ ਕਰ ਨਹੀਂ ਸਕਦੇ ਹੋ। ਮੋਸਟਲੀ ਤੁਹਾਡਾ ਹਰ ਇੱਕ ਇਨਸਾਨ ਦਾ ਹੁੰਦਾ ਹੈ ਕਿ ਮੈਂ ਇਹ ਕਰ ਰਿਹਾ ਹਾਂ ਤੇ ਉਹ ਚੀਜ਼ ਮੇਰੀ ਕੰਪਲੀਟ ਹੋ ਜਾਏਗੀ, ਮੇਰਾ ਉਹ ਚੀਜ਼ ਅਕੰਪਲਿਸ਼ ਹੋ ਜਾਏਗੀ। ਤੁਸੀਂ ਉਸ ਨੂੰ ਇੱਕ ਆਪਣੀ ਪੂਰੀ ਟੂ ਡੂ ਲਿਸਟ ਵਿੱਚ ਟਿਕ ਮਾਰਕ ਰੱਖਿਆ, ਚਲੋ ਜੀ ਹੁਣ ਇਹ ਕੰਪਲੀਟ ਹੋ ਗਈ, ਹੁਣ ਮੈਂ ਨੈਕਸਟ ਤੇ ਮੂਵ ਕਰ ਰਿਹਾ। ਬਿਲਕੁਲ, ਰਾਈਟ। ਉਸ ਵਿੱਚ ਇੱਕ ਹੋਰ ਕੌਨਸੈਪਟ ਆ ਜਾਂਦਾ ਹੈ ਕਿ whatever I do, I must do it rightly. ਠੀਕ ਕਰਾਂ। But what you might think is right, in someone's eyes, it could be wrong. ਜੋ ਚੀਜ਼ ਤੁਸੀਂ ਕਹਿੰਦੇ ਹੋ ਕਿ ਠੀਕ ਹੋਵੇਗੀ ਤੇ ਉਹ ਠੀਕ ਤੁਸੀਂ ਸਮਝਦੇ ਹੋ ਠੀਕ, ਪਰ ਦੂਜਾ ਬੰਦਾ ਕਹਿੰਦਾ ਉਹ ਤੇ ਗਲਤ ਹੈ। ਬਿਲਕੁਲ, ਰਾਈਟ। ਤੇ ਜੋ ਵੀ ਚੀਜ਼ ਤੁਸੀਂ ਕਰੋਗੇ ਉਸ ਕਰਨ ਦੇ ਕੰਸੀਕੁਐਂਸ ਨੂੰ ਤੁਸੀਂ ਐਸਕੇਪ ਵੀ ਨਹੀਂ ਕਰ ਸਕਦੇ। So there is a cause and effect relationship where one effect becomes the cause of another effect, and that chain goes on and on and on and on all through your life. Right? yeah, ਉਸ ਸਾਈਕਲ ਵਿੱਚ ਅਸੀਂ ਹੈਗੇ ਹਾਂ ਤੇ ਉਸ ਸਾਈਕਲ ਤੋਂ ਨੂੰ ਅਸੀਂ ਕਈ ਵਾਰੀ ਸਮਝ ਹੀ ਨਹੀਂ ਪਾਉਂਦੇ ਬਿਕਾਜ਼ ਵੀ ਓਨਲੀ ਸੀ ਦ ਇਫੈਕਟਸ। ਹੁਣ ਮੇਰਾ ਇੱਕ ਲੈਟਸ ਸੇ ਮੇਰਾ ਨੈਫਿਊ ਹੈਗਾ, ਉਸਨੇ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਮੈਂ ਤੇ ਬਸ ਉਸਨੂੰ ਜਾ ਕੇ ਵਿਸ਼ ਕਰਾਂਗੇ ਵੈਰੀ ਗੁੱਡ ਯਾਰ, ਯੂ ਡਿਡ ਇਟ, ਦੈਟਸ ਵੈਰੀ ਗੁੱਡ।
ਮੈਂ ਉਸ ਨੂੰ ਕੁਝ ਨਹੀਂ ਪੁੱਛ ਰਿਹਾ ਕਿ ਕਿੰਨੀ ਆਬਸਟੀਕਲਸ ਉਹਨੇ ਫੇਸ ਕੀਤੀ ਆ, ਕੀ ਹੋਇਆ ਕੀ ਨਹੀਂ ਹੋਇਆ. ਵੀ ਆਰ ਜਸਟ ਲੁਕਿੰਗ ਐਟ ਦ ਇਫੈਕਟਸ. ਵੀ ਆਰ ਨਾਟ ਈਵਨ ਗੋਇੰਗ ਇਨਟੂ ਦ ਕਾਜ਼ਸ. ਹੀ ਮੇ ਹੈਵ, ਆਈ ਡੋਂਟ ਨੋ ਕਿਸ ਤਰ੍ਹਾਂ ਉਸਨੇ ਮੈਨੇਜ ਕੀਤਾ ਹੋਏਗਾ, ਕਿਸ ਤਰ੍ਹਾਂ ਉਹ ਫੋਰਨ ਕੰਟਰੀ 'ਚ ਟਰੈਵਲ ਕਰਕੇ ਉਸਨੇ ਕਿਸ ਤਰ੍ਹਾਂ ਆਪਣੀ ਸਕਾਲਰਸ਼ਿਪ ਲਿੱਤੀ, ਕਿਸ ਹਿੰਡਰੈਂਸਿਸ ਤੋਂ ਨਿਕਲਿਆ, ਕਿੰਨਾ ਮੁਸ਼ਕਿਲ ਉਹ ਹੋਏਗਾ. ਵਾਜ਼ ਇਟ ਈਵਨ ਵਰਥ ਇਟ ਈਵਨ ਟੂ ਸਪੈਂਡ ਦੈਟ ਮਚ in that doing that post graduation or not, I don't know. And even he doesn't know. ਕਹਿੰਦਾ ਯਾਰ ਮੈਂ ਤਾਂ ਇੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਂ 32 ਸਾਲ ਦਾ ਹੋ ਗਿਆ, ਮੈਂ ਹੁਣ ਡਾਕਟਰ ਹੋ ਗਿਆ, ਹੁਣ ਮੈਂ ਇਹ ਵੀ ਹੋ ਗਿਆ, ਮੈਂ ਉਹ ਵੀ ਹੋ ਗਿਆ, but I wish I had done something else. Wow. Right? ਜੀ. So ਕਿਉਂਕਿ ਕਈ ਵਾਰੀ ਅਸੀਂ under the influence of ਕਿ ਬਈ peer pressure ਹੁੰਦਾ, ਉਹ ਵੀ ਕਰ ਰਿਹਾ ਤੇ ਮੈਂ ਵੀ ਕਰ ਲੈਂਦਾ, ਜਾਂ ਪੇਰੈਂਟਸ ਕਹਿੰਦੇ ਨੇ ਤੇ ਮੈਂ ਵੀ ਕਰ ਲੈਂਦਾ, ਇਹ ਕਰ ਰਿਹਾ ਤਾਂ ਇਹ ਵੀ ਕਰ ਲੈਂਦਾ, ਪਰ ਮੈਂ ਕਰਨਾ ਕੁਝ ਹੋਰ ਚਾਹੁੰਦਾ ਸੀ. ਰਾਈਟ. ਸੋ ਆਲ ਦੋਜ਼ ਥਿੰਗਸ ਮੈਂ ਤੁਹਾਨੂੰ ਕਹਾਂਗਾ, ਇੰਸਟੈਡ ਆਫ ਬੀਇੰਗ ਟੂ ਮਚ ਵਰਿਡ ਅਬਾਊਟ ਵਟ ਹੈਪਨਸ, ਜਾਂ ਕੀ ਹੋਏਗਾ, ਜਾਂ ਠੀਕ ਹੋ ਗਿਆ ਜਾਂ ਨਹੀਂ ਹੋ ਗਿਆ, ਮੈਂ ਤੁਹਾਨੂੰ ਕਹਾਂਗਾ ਕਿ ਹਰ ਮੋਮੈਂਟ ਜ਼ਿੰਦਗੀ ਦਾ ਫੁੱਲੀ ਜੀਓ, ਉਸ ਚੀਜ਼ ਨੂੰ ਫੁੱਲੀ ਇੰਜੋਏ ਕਰੋ. Do not be too concerned about success or failure. You may have done some things not rightly. You may have failed to do something, but you are not the failure, because you are not the deed. You are the consciousness. You are not the cloud. You are the virgin sky. ਸੁਧੀਰ ਜੀ, ਇੱਕ ਕਾਲਰ ਲੈ ਲਈਏ ਆਪਾਂ. Sure. ਸ਼ੈਲੀ ਤੇਜਾ ਜੀ. ਹਾਂਜੀ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਪਹਿਲਾਂ ਤੇ ਮੈਂ ਤੁਹਾਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਕਿ ਤੁਸੀਂ ਅੱਜ ਇੱਕ ਇਨਲਾਈਟਨ ਸੋਲ ਨੂੰ ਸਾਡੇ ਸਾਹਮਣੇ ਪੇਸ਼ ਕੀਤਾ, ਤੇ ਮੈਂ ਉਹਨਾਂ ਦੀ ਕਨਵਰਸੇਸ਼ਨ ਸੁਣ ਰਿਹਾ ਸੀ ਜੀ. ਤੇ ਇੱਕ ਕੁਐਸਚਨ ਮੇਰੇ ਮਾਈਂਡ 'ਚ ਉੱਠਿਆ ਕਿ ਜਿਹੜਾ ਮੈਂ ਇਹਨਾਂ ਨੂੰ ਪੁੱਛ ਸਕਾਂ ਇਨਲਾਈਟਨ ਸੋਲ ਨੂੰ. Sure. ਹਾਂਜੀ, ਉਹ ਇਹ ਸੀ ਜੀ, ਦੇਖੋ ਜਿਹੜੇ ਇਹ ਗੱਲ ਕਰ ਰਹੇ ਸੀ, ਇੱਕ ਮੈਂ ਕਨਵਰਸੇਸ਼ਨ ਦੇ ਵਿੱਚੋਂ ਇੱਕ ਇਹਨਾਂ ਨੇ ਕਰਮ ਦੀ ਗੱਲ ਕੀਤੀ, ਐਕਸ਼ਨ ਜਿਹੜੇ ਅਸੀਂ ਕਰਦੇ ਹਾਂ, ਉਹਦੇ ਵਿੱਚ ਇੱਕ ਚੀਜ਼ ਇਹ ਆ ਜਾਂਦੀ ਹੈ ਕਿ ਜਦੋਂ ਅਸੀਂ ਕੋਈ ਐਕਸ਼ਨ ਕਰਦੇ ਹਾਂ ਤੇ ਉਸ ਨੈਚੁਰਲੀ ਉਹ ਐਕਸ਼ਨ ਸੰਬੰਧ ਔਰ ਬੰਧਨ ਦੇ ਵਿੱਚ ਅਸੀਂ ਉਹਦੇ ਵਿੱਚ ਬੰਨ ਜਾਂਦੇ ਹਾਂ. ਹਾਊ ਟੂ ਗੈਟ ਆਊਟ ਆਫ ਇਟ, ਮਤਲਬ ਕਿ ਜਿਹਨੂੰ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ ਕਰਮਾਤੀਤ ਸਥਿਤੀ, ਜਿਹਦਾ ਮਤਲਬ ਕਿ ਗੁੱਡ ਐਂਡ ਬੈਡ ਇਫੈਕਟਸ ਆਫ ਕਰਮ, ਜਿਹੜਾ ਹੈ ਤੁਹਾਡਾ ਐਕਸ਼ਨ ਹੈ ਉਹ ਤੁਹਾਡੇ ਤੇ ਅਸਰ ਨਾ ਕਰੇ. ਇਹ ਮੇਰਾ ਕੁਐਸਚਨ ਸੀ, ਇਹਨਾਂ ਕੋਲ ਸਪੈਸੀਫਿਕ. ਹਾਂਜੀ ਸੁਧੀਰ ਜੀ, ਸਵਾਲ ਸਪਸ਼ਟ ਹੈ? ਸਵਾਲ ਬਿਲਕੁਲ ਸਪਸ਼ਟ ਹੈਗਾ, ਬਹੁਤ ਵਧੀਆ ਸਵਾਲ ਹੈਗਾ. ਕੋਈ ਵੀ ਤੁਸੀਂ ਕੰਮ ਕਰੋਗੇ, anything you do, anything, it will bring about something good and something bad. ਜੀ. ਹੁਣ the thing is ਕਿ ਤੁਸੀਂ ਕਹਿੰਦੇ ਹੋ ਕਿ ਮੈਂ ਤੇ ਸਾਰੀ ਚੀਜ਼ ਠੀਕ ਠਾਕ ਹੀ ਕਰ ਰਿਹਾ ਸੀ, ਇਹ ਬੈਡ ਕਿਉਂ ਹੋ ਗਿਆ? ਹੁਣ ਤੁਸੀਂ ਨਿਕਲੇ ਮਾਲ ਤੋਂ ਬਾਹਰ ਨਿਕਲੇ, ਹੱਥ 'ਚ ਤੁਸੀਂ ਕੌਫੀ ਫੜੀ ਹੋਈ ਸੀ, ਤੁਸੀਂ ਜਾ ਰਹੇ ਸੀ, ਉਹ ਰਸਤੇ 'ਚ ਇੱਕ ਬੈਗਰ ਭਿਖਾਰੀ ਜਿਹਾ ਬੈਠਾ ਹੋਇਆ ਸੀਗਾ, ਗਰੀਬ ਜਿਹਾ ਲੱਗ ਰਿਹਾ ਸੀ, ਤੇ ਉਸਨੇ ਪੈਸੇ ਮੰਗੇ, ਤੁਸੀਂ ਜੇਬ 'ਚੋਂ $2-4-5 ਜੋ ਵੀ ਸੀਗੇ ਕੱਢੇ, ਉਸਨੂੰ ਦੇ ਦਿੱਤੇ ਤੇ ਤੁਸੀਂ ਚਲੇ ਗਏ. ਨਾਓ ਇਹ ਜਿਹੜਾ ਭਿਖਾਰੀ ਹੈਗਾ ਉਹ ਗਿਆ, ਉਹਨੇ ਜਾ ਕੇ ਉਸ ਤੋਂ ਡਰੱਗਸ ਲਿੱਤੇ ਜਾਂ ਜੋ ਵੀ ਲਿੱਤਾ ਜਾਂ ਕੀ ਕੀਤਾ, ਇੰਟੌਕਸੀਕੇਟ ਹੋ ਗਿਆ, ਤੇ ਅੱਗੇ ਜਾ ਕੇ ਉਸਨੇ ਕਿਸੇ ਨੂੰ ਹਰਟ ਕਰ ਦਿੱਤਾ. ਸੋ what would you say? Are you responsible for that hurt? Now, ਹਰ ਚੀਜ਼ ਦੇ ਸਮਝਣ ਦੇ ਕੁਝ ਸਕੂਲਸ ਆਫ ਥਾਟਸ ਹੈਗੇ ਨੇ. ਜਿਹੜਾ ਰੱਬ ਹੈਗਾ, ਜਿਹੜਾ ਉੱਤੋਂ ਵੇਖ ਰਿਹਾ ਹੈ, ਜਿਹੜਾ ਅੰਦਰੋਂ ਵੇਖ ਰਿਹਾ ਹੈ, ਜਿਹੜੀ ਤੁਹਾਡੀ ਇਨਰ ਕੌਨਸ਼ੀਅਸਨੈਸ ਵਿੱਚ ਵੀ ਬੈਠਾ ਹੈ, ਜਿਹੜਾ ਬਾਹਰੋਂ ਵੀ ਸਭ ਚੀਜ਼ ਸਮਝਦਾ ਹੈ, ਉਹ ਤੁਹਾਡੇ ਮੋਟਿਵਸ ਨੂੰ ਇਨਸਪੈਕਟ ਕਰ ਰਿਹਾ ਹੈਗਾ. ਉਹ ਐਂਡ ਰਿਜ਼ਲਟ ਨੂੰ ਵੀ ਇਨਸਪੈਕਟ ਨਹੀਂ ਕਰ ਰਿਹਾ ਹੈਗਾ. ਤੁਸੀਂ ਤਾਂ ਸੋਚ ਵੀ ਨਹੀਂ ਸਕਦੇ ਕਿ ਕਿਸ ਚੀਜ਼ ਲਈ ਯੂ ਆਰ ਆਲਰੇਡੀ ਬੀਨ ਫੋਰਗਿਵਨ, ਯੂ ਕੰਪਲੀਟਲੀ ਫੋਰਗਿਵਨ. ਤੁਸੀਂ ਫ੍ਰੀ ਹੈਗੇ ਹੋ, ਅਨਲੈਸ ਤੁਹਾਡਾ ਮਾਈਂਡ ਤੁਹਾਨੂੰ ਬੰਧਕ ਨਾ ਬਣਾ ਲਵੇ. ਨਾਓ ਤੁਸੀਂ ਰਿਲੇਸ਼ਨਸ ਤੇ ਬੰਧਨ ਦੀ ਗੱਲ ਕੀਤੀ. ਨਾਓ ਅਟੈਚਮੈਂਟ ਇਜ਼ ਸਮਥਿੰਗ, ਅਗੇਨ ਮੈਂ ਸੌਰੀ ਮੈਂ ਦੂਜੇ ਪੁਆਇੰਟ ਤੇ ਆ ਗਿਆ. ਅਟੈਚਮੈਂਟ
is something ਜਿਸ ਤੋਂ ਤੁਹਾਨੂੰ ਹਟਣਾ ਪੈਣਾ ਹੈਗਾ। ਅਗੇਨ ਵਿਦਾਊਟ ਕੌਨਸ਼ੀਅਸਨੈਸ, ਵਿਦਾਊਟ ਅਵੇਅਰਨੈਸ ਦੈਟ ਕੈਨ ਨਾਟ ਹੈਪਨ। ਅਸੀਂ ਹਰ ਚੀਜ਼ ਦੇ ਨਾਲ ਅਟੈਚਡ ਹੁੰਦੇ ਹਾਂ। ਸੰਸਾਰ ਸੰਸਾਰ ਦਾ ਮਤਲਬ ਹੀ ਅਟੈਚਮੈਂਟ ਹੈਗਾ। ਬਿਕਾਜ਼ ਦ ਵਰਲਡ ਓਨਲੀ ਆਫਰਸ ਯੂ ਕ੍ਰੇਵਿੰਗ ਫॉर ਦ ਫਿਜ਼ੀਕਲ ਪਲੈਜ਼ਰਸ। ਬਿਨਾਂ ਉਸਦੇ ਤੋਂ ਤੁਸੀਂ ਵਰਡ, ਇੱਕ ਤਰਫ ਵਰਡ ਹੈਗਾ, ਇੱਕ ਤਰਫ ਦੁਨੀਆ ਹੈਗੀ ਤੇ ਦੂਸਰੀ ਤਰਫ ਈਸ਼ਵਰ ਹੈਗਾ। ਇੱਕ ਤਰਫ ਰੱਬ ਹੈਗਾ ਤੇ ਦੂਜੀ ਤਰਫ ਇਹ ਦੁਨੀਆ ਹੈਗੀ, ਬਿਲਕੁਲ ਆਪੋਜ਼ਿਟ ਡਾਇਰੈਕਸ਼ਨ ਹੈਗੀ, ਰਾਈਟ। ਤੇ ਤੁਸੀਂ ਕਹਿ ਰਹੇ ਹੋ ਕਿ ਅਟੈਚਮੈਂਟ, ਓਬਵੀਅਸਲੀ ਅਟੈਚਮੈਂਟ ਦੇ ਨਾਲ ਅਗੇਨ ਕਿਸ ਤਰ੍ਹਾਂ ਤੁਸੀਂ ਬੈਲੈਂਸ ਲੈ ਕੇ ਆਓਗੇ, ਇਹ ਚੀਜ਼ ਨੂੰ ਸਮਝਣਾ ਵਿਦਾਊਟ ਯੋਰ ਓਨ ਅੰਡਰਸਟੈਂਡਿੰਗ ਇਟ ਵੁੱਡ ਨਾਟ ਹੈਪਨ। ਮੇਰੇ ਲਫ਼ਜ਼ ਸਿਰਫ ਲਫ਼ਜ਼ ਰਹਿ ਜਾਣਗੇ, ਮੇਰੇ ਲਫ਼ਜ਼ ਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ, 1% ਵੀ ਫਾਇਦਾ ਨਹੀਂ ਹੋਏਗਾ। ਕਹਿੰਦੇ ਕੀ ਕਹਿੰਦੇ? ਕਿਉਂਕਿ ਅਗੇਨ ਜੋ ਵੀ ਮੈਂ ਕਹਿ ਰਿਹਾ ਉਸ ਦੇ ਵਿੱਚ ਤੁਹਾਡੀ ਜ਼ਿੰਦਗੀ ਦਾ ਆਪਣਾ ਐਕਸਪੀਰੀਅੰਸ, ਤੁਹਾਡੀ ਪਰਸੈਪਸ਼ਨ, ਤੁਹਾਡੀ ਸੋਚ, ਤੁਹਾਡਾ ਬੈਕਗਰਾਊਂਡ, ਤੁਹਾਡੀ ਅੰਡਰਸਟੈਂਡਿੰਗ ਉਸ ਚੀਜ਼ ਨੂੰ, ਜਿਹੜੀ ਚੀਜ਼ ਮੈਂ ਕਹਿ ਰਿਹਾ ਹਾਂ ਉਸ ਨੂੰ ਇਸ ਤਰ੍ਹਾਂ ਕਲਰ ਕਰ ਦੇਵੇਗੀ ਕਿ ਉਹ ਮੈਂ ਜਿਹੜਾ ਕਹਿ ਰਿਹਾ ਤੁਸੀਂ ਜੋ ਸਮਝ ਰਹੇ ਹੋ ਉਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋਣਾ ਹੈ। ਮੈਂ ਤੁਹਾਨੂੰ ਇਹ ਕਹਾਂਗਾ ਕਿ ਹਰ ਚੀਜ਼ ਦੇ ਵਿੱਚ ਤੁਸੀਂ ਇੱਕ ਬੈਕ ਸੀਟ ਲਓ। ਬੈਕ ਸੀਟ ਜਿਵੇਂ ਕਿ ਤੁਸੀਂ ਹੀ ਆਪਣੇ ਆਪ ਨੂੰ ਵੇਖ ਰਹੇ ਹੋ। ਸੈਲਫ ਅਵੇਅਰਨੈਸ is the ability to see yourselves how others see you. ਬਿਲਕੁਲ। ਜਦ ਤੁਸੀਂ ਆਪਣੇ ਆਪ ਨੂੰ ਇੱਕ ਸਟੈਪ ਪਿੱਛੇ ਹੋ ਕੇ ਵੇਖੋਗੇ, ਸਮਝੋਗੇ, ਤੇ ਤੁਹਾਨੂੰ ਆਪ ਸਮਝ ਆਏਗਾ ਕਿ ਤੁਸੀਂ ਕੀ ਚੀਜ਼ ਠੀਕ ਕਰ ਰਹੇ ਹੋ ਤੇ ਕੀ ਚੀਜ਼ ਗਲਤ ਕਰ ਰਹੇ ਹੋ। ਓਬਵੀਅਸਲੀ ਜਦ ਇੱਕ ਇਨਸਾਨ ਅਵੇਅਰ ਹੋਵੇਗਾ ਤੇ ਉਹ ਗਲਤ ਚੀਜ਼ ਤੇ ਕਰ ਹੀ ਨਹੀਂ ਸਕਦਾ। ਹੁਣ ਮੈਂ ਅਵੇਅਰ ਹੋ ਜਾਵਾਂ ਕਿ ਮੈਂ ਹੱਥ 'ਚ ਜਲਦਾ ਹੋਇਆ ਕੋਇਲਾ ਫੜਿਆ ਹੋਇਆ, ਓਬਵੀਅਸਲੀ ਮੈਂ ਛੱਡ ਦੇਵਾਂਗਾ। ਮੈਨੂੰ ਕੋਈ ਉਸ ਦੇ ਵਿੱਚ ਹਾਊ ਟੂ ਨਹੀਂ ਚਾਹੀਦਾ ਕਿ ਬਈ ਤੂੰ ਕਿੱਦਾਂ ਕਰੇਗਾ, ਉਹ ਮੈਨੂੰ ਆਪ ਹੀ ਪਤਾ ਮੇਰੇ ਹੱਥ ਜਲ ਜਾਣਾ, ਰਾਈਟ। It's nothing that I can explain you or you would know. You would automatically know. ਤੁਹਾਨੂੰ ਆਪ ਹੀ ਪਤਾ ਚੱਲ ਜਾਣਾ ਹੈ। ਕਰਮਾਂ ਦੇ ਇਫੈਕਟਸ ਤੋਂ ਤੁਸੀਂ ਪਰੇ ਹੋ ਜਾਓ। ਕਰਮ ਦੇ ਬਾਰੇ, ਕਰਮ ਕੀਤਾ, ਕਰਮ ਇਸ ਤਰ੍ਹਾਂ ਕਰੋ ਕਿ ਰਾਈਟ ਹੱਥ ਦੇ ਨਾਲ ਕਰਮ ਕੀਤਾ, ਲੈਫਟ ਨੂੰ ਪਤਾ ਵੀ ਨਾ ਚੱਲੇ। ਇਸ ਤਰ੍ਹਾਂ ਈਗੋਲੈਸ ਹੋ ਕੇ ਕਰਮ ਕਰੋ। ਤੁਸੀਂ ਜੋ ਵੀ ਤੁਸੀਂ ਕਰੋ, ਓਬਵੀਅਸਲੀ ਇਫ I would say whatever you do it in awareness is right. It may be wrong in someone else's eyes, maybe. मुझे नहीं पता, right? मैनू नहीं पता उस बारे। पर जद कोई भी काम तुसी full awareness ते attention दे नाल कर दे हो, then you have put in all the energy that you possibly had. ਜਿਹੜੀ ਤੁਹਾਨੂੰ ਇਸ ਜ਼ਿੰਦਗੀ 'ਚ ਇੱਕ ਮੋਮੈਂਟ, ਇੱਕ ਕੰਮ ਕਰਨ ਲਈ ਦਿੱਤਾ ਹੈ ਰੱਬ ਨੇ, ਉਹ ਤੁਸੀਂ ਕਰ ਦਿੱਤਾ। Then there is no hangover. There is no psychological memory to it. ਤੁਸੀਂ ਤੁਹਾਨੂੰ ਪਿੱਛੇ ਮੁੜ ਕੇ ਵੇਖਣ ਦੀ ਲੋੜ ਨਹੀਂ, ਕਿਉਂਕਿ as best as possible ਤੁਸੀਂ ਕਰ ਦਿੱਤਾ। ਜੀ ਸੁਧੀਰ ਜੀ, ਬਹੁਤ ਬਹੁਤ ਸ਼ੁਕਰੀਆ ਇਹਨਾਂ ਗੱਲਾਂ ਬਾਤਾਂ ਦੇ ਲਈ। ਆਉਂਦੇ ਦਿਨਾਂ ਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਹੋਰ ਕਰਾਂਗੇ। ਮੈਂ ਉਮੀਦ ਕਰਦੀ ਹਾਂ ਕਿ ਅੱਜ ਜਿਹੜੀ ਇਹ ਗੱਲਬਾਤ ਹੋਈ ਹੈ ਸਾਡੇ ਸੁਣਨ ਵਾਲਿਆਂ ਨੇ ਜ਼ਰੂਰ ਇਹਦਾ ਫਾਇਦਾ ਲਿਆ ਹੋਏਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਇਟਸ ਮਾਈ ਪਲੇਜ਼ਰ।